5 ਸਾਲਾਂ ਦੇ ਵਿੱਚ ਉਹ 5 ਕਿਹੜੇ ਕੰਮ ਨੇ ਜਿਨ੍ਹਾਂ ਤੇ ਤੁਹਾਨੂੰ ਮਾਣ? ਤੁਹਾਨੂੰ ਪਤਾ ਸਿਸਟਮ ਇਦਾਂ ਦਾ ਸੀ ਵੀ ਜੇ ਕੋਈ ਕੰਮ ਹੁੰਦਾ ਵੀ ਸੀ ਤਾਂ ਵੀ ਉਹ ਹਲਕਾ ਇੰਚਾਰਜਾਂ ਨੂੰ ਸਿਹਰਾ ਦਿੰਦੇ ਸੀ। ਜਿਸ ਰਾਸਤੇ ਵਾਸਤੇ ਪੰਜਾਬ ਦੇ ਸੀਐਮ ਨਾ ਕਰ ਗਏ ਸੀ ਉਹ ਰਾਸਤੇ ਨੂੰ ਇਹ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ ਵਿੱਚੋਂ ਇੱਕ ਵਿਧਾਇਕ ਮੈਂ ਤੇ ਆਪਣੇ ਅੱਧੇ ਮਿੰਟ ਦੀ ਦਲੀਲ ਨਾਲ ਖੁਲਵਾ ਲਿਆ। ਪੰਜਾਬੀ ਮਾਂ ਬੋਲੀ ਤੇ ਮੁੱਦੇ ਤੇ ਮੈਂ ਤਰਕ ਨਾਲ ਗੱਲ ਕੀਤੀ ਵੀ ਆਪਾਂ ਪੋਚੇ ਫੇਰ ਕੇ ਪੰਜਾਬੀ ਮਾਂ ਬੋਲੀ ਨਹੀਂ ਲਾਗੂ ਕਰ ਸਕਦੇ। ਸੋ ਐਵੇਂ ਕਾਗਜ਼ਾਂ 'ਚ ਹੀ ਸੇਵਾ ਕਰੀ ਜਾਂਦੇ ਸੀ ਪੰਜਾਬੀ ਦੀ। ਕਾਂਗਰਸ ਕਹਿੰਦੀ ਹੈ ਸਾਡੇ ਕੋਲੇ ਸਿੱਧੂ ਦਾ ਪੰਜਾਬ ਮਾਡਲ ਆ, ਆਮ ਆਦਮੀ ਪਾਰਟੀ ਕਹਿੰਦੀ ਸਾਡੇ ਕੋਲ ਦਿੱਲੀ ਮਾਡਲ ਆ, ਤੇ ਸ਼੍ਰੋਮਣੀ ਅਕਾਲੀ ਦਲ ਕੋਲੇ ਦਿਖਾਉਣ ਲਈ ਕੀ ਆ, ਕਿਹੜਾ ਮਾਡਲ ਆ? ਸਿੱਧੂ ਸਾਹਿਬ ਦਾ ਜਿਹੜਾ ਪੰਜਾਬ ਮਾਡਲ ਆ ਉਹ ਤਾਂ ਹਜੇ ਚੰਨੀ ਸਾਹਿਬ ਨੇ ਵੀ ਨਹੀਂ ਐਕਸੈਪਟ ਕੀਤਾ, ਤੇ ਚੰਨੀ ਸਾਹਿਬ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਬਾਰੇ ਸਾਨੂੰ ਤਾਂ ਟਿੱਪਣੀ ਕਰਨ ਦੀ ਲੋੜ ਹੀ ਨਹੀਂ। ਸਿੱਧੂ ਸਾਹਿਬ ਵੀ ਕਹੀ ਜਾਂਦੇ ਆ ਵੀ ਸਰਕਾਰ ਚੰਨੀ ਨੇ ਕੁਝ ਵੀ ਨਹੀਂ ਕੀਤਾ ਹੈਗਾ। ਆਮ ਆਦਮੀ ਪਾਰਟੀ ਕੋਲੇ ਦਿੱਲੀ ਦਾ ਮਾਡਲ ਕਹਿੰਦੇ ਆ, ਉਹ ਦਿੱਲੀ ਦੇ ਮਾਡਲ 'ਚ 25,000 ਬੰਦਾ ਕਰੋਨਾ ਦੇ ਦਿਨਾਂ 'ਚ ਮਰਿਆ। ਜਰਨੈਲ ਸਿੰਘ ਉਹਨਾਂ ਦਾ ਐਮਐਲਏ ਮਰਿਆ। ਜਿਹੜੇ ਮਹੱਲਾ ਕਲੀਨਿਕ ਖੋਲ੍ਹੇ ਸੀ ਲਗਭਗ ਉਹ ਸਾਰੇ ਬੰਦ ਹੋ ਚੁੱਕੇ ਨੇ। ਨਹੀਂ, ਸਾਨੂੰ ਇਹੋ ਜਿਹਾ ਮਾਡਲ ਨਹੀਂ ਚਾਹੀਦਾ। ਤਾਂ ਮੈਂ ਪੁੱਛਾਂ, ਪਿਛਲੇ 5 ਸਾਲਾਂ 'ਚ ਤੁਹਾਡੇ ਹਲਕੇ 'ਚ ਸਨੌਰ 'ਚ ਨਸ਼ਾ ਜਿਹੜਾ ਜਿਹਨੂੰ ਸਿੰਥੈਟਿਕ ਡਰੱਗ ਜਿਹਨੇ ਕਹਿੰਦੇ ਪੰਜਾਬ ਤਬਾਹ ਕਰਤਾ, ਤਾਂ ਤੁਹਾਡੇ ਹਲਕੇ 'ਚ ਹੈ ਨਸ਼ਾ ਪਿਛਲੇ 5 ਸਾਲ 'ਚ? ਪੂਰਾ ਮਨ ਦੇ ਵਿੱਚ ਆ, ਬੰਦੇ ਵੀ ਟਾਰਗੇਟ ਤੇ ਉੱਤੇ ਨੇ, ਤੇ ਵੀ ਜਦੋਂ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਹੀ ਕਵਰ ਕਰਨਾ। ਬਾਕੀ ਨਾ 10 ਸਾਲ ਤੁਹਾਡੀ ਸਰਕਾਰ ਸੀ, ਕਿਉਂਕਿ ਕਾਂਗਰਸ ਤਾਂ ਇਹ ਕਹਿ ਕੇ ਟਾਰਗੇਟ ਕਰੇ ਅਸੀਂ ਤਾਂ ਫੜੇ ਬਹੁਤ, ਹੁਣ ਥੋੜਾ ਬਹੁਤਾ ਨਸ਼ਾ ਰਹਿ ਗਿਆ, ਪਰ ਨਸ਼ਾ ਜਿਹੜਾ ਸਿੰਥੈਟਿਕ ਡਰੱਗ ਆ ਚਿੱਟਾ ਪੰਜਾਬ 'ਚ ਕਾਲੀ ਲੈ ਕੇ ਮੰਨਦੇ ਹੋ ਸਰਕਾਰਾਂ ਤਾਂ ਫੇਲ ਰਹੀਆਂ ਨੇ ਪਿਛਲੇ 15 ਸਾਲ 'ਚ ਦੋਨੇ ਹੀ ਸਰਕਾਰਾਂ। ਜਦੋਂ ਸਾਡੇ ਪੋਲੀਟੀਕਲ ਲੀਡਰ ਹਰਿਆਣੇ 'ਚੋਂ ਲਿਆ ਕੇ ਨਜਾਇਜ਼ ਸ਼ਰਾਬ ਪੰਜਾਬ ਦੇ ਵਿੱਚ ਵਿਕਾਉਣਗੇ, ਇਲੀਗਲ ਡਿਸਟਿਲਰੀਜ਼ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ, ਜਾਲੀ ਸ਼ਰਾਬ ਦੀਆਂ ਫੈਕਟਰੀਆਂ ਐਮਐਲਏ ਮਦਨ ਲਾਲ ਜਲਾਲਪੁਰ ਵਰਗੇ ਲੋਕ ਚਲਾਉਣਗੇ, ਤਾਂ ਕੁਦਰਤੀ ਰੂਪ 'ਚ ਇੱਕ ਅਪਰਾਧਿਕ ਵਿਰਤੀ ਆ ਜਿਹੜੀ ਅੱਜ ਤੁਸੀਂ ਕਿਸੇ ਤੋਂ ਛੋਟਾ ਜਿਹਾ ਗਲਤ ਕੰਮ ਕਰਾਉਂਦੇ ਹੋ, ਕੱਲ੍ਹ ਨੂੰ ਉਹ 2 ਕੰਮ ਵੱਡੇ ਕਰੂਗਾ ਆਪ। ਉਹ ਇਸ ਲਈ ਅਪਰਾਧਿਕ ਵਿਰਤੀ ਪੈਦਾ ਹੋ ਜਾਂਦੀ ਹੈ ਮਾਨਸਿਕਤਾ ਦੇ ਵਿੱਚ। ਗੱਲ ਕੀਤੀ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਹਰਿਆਣੇ 'ਚੋਂ ਲਿਆ ਕੇ ਸ਼ਰਾਬ ਨਜਾਇਜ਼ ਪੰਜਾਬ 'ਚ ਵੇਚਦੇ ਨੇ, ਤਾਂ ਕਿਹੜੇ ਲੀਡਰ ਨੇ ਉਹ? ਇਲੀਗਲ ਜਿਹੜੀ ਆਹ ਚੱਲ ਰਹੀਆਂ ਸੀ ਡਿਸਟਿਲਰੀਜ਼ ਜਾਲੀ ਸ਼ਰਾਬ ਦੀਆਂ, ਇਹ ਤਾਂ ਮਦਨ ਲਾਲ ਜਲਾਲਪੁਰ ਤੇ ਹੋਰ ਵੇਚ ਰਹੇ ਸੀ। ਸਾਡੇ ਮੇਰੇ ਹਲਕੇ 'ਚੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਖੜਾ, ਸ਼੍ਰੋਮਣੀ ਅਕਾਲੀ ਦਲ ਵੀ ਹੈਗਾ ਉਹਨਾਂ 'ਚ। ਵਿਧਾਨ ਸਭਾ 2017 ਦੀਆਂ ਚੋਣਾਂ ਦੇ ਵਿੱਚ ਜਦੋਂ ਕਾਂਗਰਸ ਨੇ ਵੱਡੀ ਲੀਡ ਦੇ ਨਾਲ ਇੱਕ ਤਰਫਾ ਜਿੱਤ ਪ੍ਰਾਪਤ ਕੀਤੀ, ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਜਿਸ ਨੇ 10 ਸਾਲ ਸਰਕਾਰ ਚਲਾਈ ਸੀ, ਉਹ ਸਭ ਤੋਂ ਛੋਟੀ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਈ। ਤਾਂ ਉਸ ਦੌਰ ਦੇ ਵਿੱਚ ਵੀ ਜੇ ਕੋਈ ਵਿਧਾਇਕ, ਜਿੰਨਾ ਚੰਦ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਜੇ ਕੋਈ ਜਿੱਤੇ, ਤਾਂ ਉਹਨਾਂ 'ਚ ਇੱਕ ਸੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਿਹੜੇ ਪਹਿਲੀ ਵਾਰ ਚੋਣ ਲੜੇ, ਪਹਿਲੀ ਵਾਰ ਹੀ ਉਹਨਾਂ ਨੇ ਸੀਟ ਜਿੱਤ ਕੇ ਆਪਣੀ ਪਾਰਟੀ ਦੀ ਝੋਲੀ ਪਾਈ ਆ। ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ? ਬਹੁਤ ਵਧੀਆ ਜੀ, ਥੈਂਕ ਯੂ, ਧੰਨਵਾਦ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ। ਤੁਸੀਂ ਪਹਿਲੀ ਵਾਰ ਜਿੱਤੇ, ਪਹਿਲੀ ਵਾਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ, ਹਲਕੇ ਦੇ ਲੋਕਾਂ ਨੇ ਤੁਹਾਨੂੰ ਮਾਣ ਬਖਸ਼ਿਆ, ਤਾਂ 5 ਸਾਲ ਦੇ ਵਿੱਚ ਤੁਸੀਂ ਹਲਕੇ ਦੇ ਲਈ ਕੀ ਕਰ ਪਏ, ਕੀ ਉਹਨਾਂ ਦੀ ਉਮੀਦਾਂ ਤੇ ਖਰੇ ਉਤਰੇ? ਦੇਖੋ ਜੀ, ਵੈਸੇ ਤਾਂ ਰਵਾਇਤੀ ਰੂਪ ਵਿੱਚ ਆਪਾਂ ਦੇਖੀਏ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੇ ਕੋਲੇ ਕੋਈ ਬਹੁਤਾ ਕੁਝ ਆਪਣੀ ਕਾਰਗੁਜ਼ਾਰੀ ਦੇ ਰੂਪ ਵਿੱਚ ਨਹੀਂ ਹੁੰਦਾ ਕਹਿਣ ਲਈ। ਠੀਕ ਆ, ਉਹਨਾਂ ਦੀ ਡਿਊਟੀ ਸਰਕਾਰ ਨੂੰ ਜਗਾਉਣਾ ਹੁੰਦੀ ਆ। ਉਹ ਮੈਂ ਕੇਵਲ ਦਿਨ ਨੂੰ ਨਹੀਂ, ਮੈਂ ਰਾਤਾਂ ਨੂੰ ਵੀ ਪਹਿਰੇਦਾਰੀ ਕੀਤੀ ਆ। ਜੇ ਰਾਤ ਨੂੰ ਵੀ ਅੱਧੀ ਰਾਤ ਤੱਕ ਬੜੀ ਨਦੀ ਵਾਲੇ ਪੁਲ ਤੇ ਬੈਠਣਾ ਪਿਆ, ਜਦੋਂ ਇਸ ਇਲਾਕੇ ਨੂੰ ਬਾਰਦਾਨਾ ਨਹੀਂ ਸੀ ਮਿਲ ਰਿਹਾ, ਤਾਂ ਆਪਾਂ ਬੈਠੇ ਸਾਰੀ ਰਾਤ। ਬੋਸਰ ਪਿੰਡ ਦੇ ਵਿੱਚ ਹੀ ਘਟਨਾ ਵਾਪਰਦੀ ਹੈ, ਨੌਜਵਾਨ ਦਾ ਕਤਲ ਹੋ ਜਾਂਦਾ। ਸਾਰੀ ਰਾਤ ਮੈਂ ਉਸ ਪਿੰਡ ਵਿੱਚ ਕੱਟਦਾ। ਰਾਤਾਂ ਨੂੰ ਜੇ ਥਾਣਿਆਂ ਦੇ ਬੂਹੇ ਤੋੜਨੇ ਪਏ, ਖੁਲਵਾਉਣੇ ਪਏ ਨੌਜਵਾਨਾਂ ਲਈ, ਤਾਂ ਉਹ ਵੀ ਆਪਾਂ ਨੇ ਕੀਤੇ। ਮਤਲਬ ਦਿਨ ਤਾਂ ਤੇ ਰਾਤਾਂ ਨੂੰ ਵੀ ਪਹਿਰੇਦਾਰੀ ਕੀਤੀ। ਵਿਧਾਨ ਸਭਾ ਦੇ ਅੰਦਰ ਤੇ ਬਾਹਰ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ। ਭਾਵੇਂ ਮੁਲਾਜ਼ਮਾਂ ਦਾ ਮੁੱਦਾ ਸੀ, ਸਬਸਟੈਂਟਿਵ ਮੋਸ਼ਨ ਲੈ ਕੇ ਆਏ, ਭਾਵੇਂ ਸਕਾਲਰਸ਼ਿਪ ਦਾ ਮੁੱਦਾ ਸੀ, ਹਰ ਮੁੱਦੇ ਦੇ ਉੱਤੇ ਮੈਂ ਮਤਲਬ ਅੰਕੜਿਆਂ, ਤੱਥਾਂ ਤੇ ਦਲੀਲਾਂ ਨਾਲ ਗੱਲ ਕੀਤੀ। ਪਰ ਉਹ ਤੋਂ ਬਿਨਾਂ ਵੀ ਜਿਹੜੇ 4 ਮਹੀਨੇ ਦਾ ਸਮਾਂ ਮੈਨੂੰ ਮਿਲਿਆ ਸੀ ਸਿਰਫ ਸਰਕਾਰ ਦੇ ਵਿੱਚ, ਜਦੋਂ ਅਕਾਲੀ ਦਲ ਦੀ ਸਰਕਾਰ ਸੀ, 1 ਸਾਲ ਦਾ ਸਮਾਂ ਮੇਰੇ ਪਿਤਾ ਜੀ ਨੂੰ ਮਿਲਿਆ ਸੀ। 37 ਸਾਲ ਪਹਿਲਾਂ ਵਜ਼ੀਰ ਰਹੇ। ਇਹੀ ਸੀ ਸਾਡਾ ਜੋ ਸਰਕਾਰ ਦੇ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ। ਪਰ ਜਿੰਨੇ ਵੀ ਇਸ ਹਲਕੇ ਵਿੱਚ ਦਫ਼ਤਰ ਨੇ, ਉਹ ਜਾਂ ਉਸ 1 ਸਾਲ ਵਿੱਚ ਆਏ ਜਾਂ ਮੇਰੇ 4 ਮਹੀਨੇ ਵਿੱਚ ਆਏ। ਉਹ ਦਫ਼ਤਰ, ਜਿਹੜੇ ਦਫ਼ਤਰ ਕਿਸੇ ਇਲਾਕੇ ਦੀ ਪਹਿਚਾਣ ਬਣਦੇ ਨੇ, ਉਹਦੀ ਤਸਵੀਰ ਬਣਦੇ ਨੇ। ਸਬ ਡਿਵੀਜ਼ਨ ਦੁੱਧਨ ਸਾਧਾਂ ਦੀ, ਮਾਰਕੀਟ ਕਮੇਟੀ ਦੁੱਧਨ ਸਾਧਾਂ ਦੀ, ਪੀਏਡੀਬੀ ਬੈਂਕ ਦੇਵੀਗੜ੍ਹ ਦਾ, ਭੁਨਰਹੇੜੀ ਦਾ ਬਲਾਕ, ਇਹ ਸਾਰੇ ਦੇ ਸਾਰੇ ਉਸ ਸਮੇਂ ਦੇ ਦੌਰਾਨ ਹੀ ਆਏ। ਤੇ ਫਿਰ ਜੇ ਮੈਂ ਪੁੱਛਾਂ 5 ਸਾਲਾਂ ਦੇ ਵਿੱਚ ਉਹ 5 ਕਿਹੜੇ ਕੰਮ ਨੇ ਜਿਨ੍ਹਾਂ ਤੇ ਤੁਹਾਨੂੰ ਮਾਣ? ਦੇਖੋ, ਮੈਂ ਤੁਹਾਨੂੰ ਪਹਿਲੇ ਹੀ ਕਿਹਾ ਵੀ ਅਦਰਵਾਈਜ਼ ਤਾਂ
ਐਜ਼ ਅ ਕਾਰਗੁਜ਼ਾਰੀ ਕਿਉਂਕਿ ਪੰਜਾਬ ਸਰਕਾਰ ਨੇ ਕਰਨੀ ਹੁੰਦੀ ਆ, ਅਸੀਂ ਮੰਗਣਾ ਹੁੰਦਾ ਤੇ ਤੁਹਾਨੂੰ ਪਤਾ ਸਿਸਟਮ ਇਦਾਂ ਦਾ ਸੀ ਵੀ ਜੇ ਕੋਈ ਕੰਮ ਹੁੰਦਾ ਵੀ ਸੀ ਤਾਂ ਵੀ ਉਹ ਹਲਕਾ ਇੰਚਾਰਜਾਂ ਨੂੰ ਸਿਹਰਾ ਦਿੰਦੇ ਸੀ। ਪਰ ਸਭ ਤੋਂ ਵੱਡਾ ਕੰਮ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਦੇ ਸਾਹਮਣੇ ਵਾਲਾ ਰਸਤਾ, ਉਹ ਪੁਲ ਬਣ ਗਿਆ ਸੀਗਾ, ਰਸਤਾ ਬੰਦ ਹੋ ਗਿਆ ਸੀਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਵਸੀ ਜ਼ਾਹਰ ਕਰ ਗਏ ਸੀ ਸੰਗਤ ਅੱਗੇ ਦਿੱਲੀ ਗੱਲ ਕਰਨ ਤੋਂ ਬਾਅਦ ਵੀ ਇਹ ਖੁੱਲ ਨਹੀਂ ਸਕਦਾ, ਇਹਨੂੰ ਤੋੜ ਕੇ ਬਣਾਉਣਾ ਹੁਣ ਔਖਾ। ਕੇਂਦਰ ਸਰਕਾਰ ਨੇ ਮਨਾ ਕਰਤਿਆ ਸੀ। ਮੈਂ ਆਪਣੇ ਪਿਤਾ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ ਸਾਹਿਬ ਦੇ ਨਾਲ ਗਿਆ ਇਹ ਸੋਚ ਕੇ ਵੀ ਚਲੋ ਜਦੋਂ ਸੀਐਮ ਨੂੰ ਨਾ ਹੋਗੀ ਆਪਾਂ ਨੂੰ ਕਿਹੜਾ ਹਾਂ ਹੋ ਜੂਗੀ, ਪਰ ਘੱਟੋ ਘੱਟ ਆਪਾਂ ਕੋਸ਼ਿਸ਼ ਕਰੀਏ, ਲੋਕਾਂ ਨੂੰ ਕਹਿਣ ਜੋਗੇ ਤਾਂ ਹੋਵਾਂਗੇ ਨਾ ਵੀ ਅਸੀਂ ਵੀ ਯਤਨ ਕਰਕੇ, ਇਹੀ ਸਾਡੀ ਡਿਊਟੀ ਆ। ਅਸੀਂ ਵੀ ਉਹੀ ਦਲੀਲ ਦਿੱਤੀ ਜਿਹੜੀ ਕੈਪਟਨ ਸਾਹਿਬ ਨੇ ਦਿੱਤੀ ਸੀ ਪਹਿਲਾਂ ਜਾਂਦੀ ਸਾਰ ਵੀ ਉੱਤੋਂ ਦੀ ਘੁੰਮ ਕੇ ਆਉਣਾ ਪਿਆ ਕਰੂਗਾ, ਰਸਤਾ ਬੰਦ ਹੋ ਗਿਆ। ਪਰ ਫਿਰ ਮੈਂ ਅੱਧੇ ਮਿੰਟ ਦੀ ਦਲੀਲ ਕਿ ਜਦੋਂ ਪੁਲ ਦੇ ਉੱਤੋਂ ਦੀ ਗੱਡੀਆਂ ਨੇ ਉੱਪਰ ਦੀ ਘੁੰਮਣਾ ਆ ਕੇ ਯੂ ਟਰਨ ਲੈਣਾ, ਪੁਲ ਤੇ ਫਿਰ ਟ੍ਰੈਫਿਕ ਜਾਮ ਹੋ ਜਾਇਆ ਕਰਨੀਆਂ, ਯੂ ਟਰਨ ਲੈਣ ਲਈ ਜਦੋਂ ਰੁਕਿਆ ਕਰਨਾ, ਫਿਰ ਪੁਲ ਬਣਾਉਣ ਦਾ ਫਾਇਦਾ ਕੀ। ਮੈਂ ਉਸ ਵਜ਼ੀਰ ਦਾ, ਗਡਕਰੀ ਸਾਹਿਬ ਦਾ ਵੀ ਧੰਨਵਾਦ ਕਰਦਾ, ਸ਼ੁਕਰਗੁਜ਼ਾਰ ਕਰਦਾ, ਉਹਨਾਂ ਦਾ ਕਰਜ਼ਦਾਰ ਆ ਮੈਂ ਕਿ ਉਹਨਾਂ ਨੇ ਮੇਰੀ ਅੱਧੇ ਮਿੰਟ ਦੀ ਉਸ ਦਲੀਲ ਨੂੰ ਮੰਨਿਆ ਤੇ ਕਿਹਾ ਵੀ ਹਾਂ ਇਸ ਬਾਤ ਮੇਂ ਲੌਜਿਕ ਹੈ। ਆਪਣੀ ਟੀਮ ਨੂੰ ਸਵੇਰੇ 7:30 ਵਜੇ ਇੱਥੇ ਭੇਜਿਆ ਤੇ ਸਾਡੇ ਜਾਣ ਤੋਂ ਪਹਿਲਾਂ ਉਹ ਟੀਮ ਉੱਥੇ ਹਾਜ਼ਰ ਸੀ। ਜਿਸ ਰਾਸਤੇ ਵਾਸਤੇ ਪੰਜਾਬ ਦੇ ਸੀਐਮ ਨਾ ਕਰ ਗਏ ਸੀ, ਉਹ ਰਾਸਤੇ ਨੂੰ ਇਹ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ ਵਿੱਚੋਂ ਇੱਕ ਵਿਧਾਇਕਾ ਮੈਂ ਤੇ ਆਪਣੇ ਅੱਧੇ ਮਿੰਟ ਦੀ ਦਲੀਲ ਨਾਲ ਖੁਲਵਾ ਲਿਆ। ਸੈਕੰਡ ਚੀਜ਼, ਸਾਡੇ ਬੀੜਾਂ ਨੇ ਇੱਥੇ ਕਾਫੀ, ਤੇ ਉਹ ਬੀੜਾਂ ਦੇ ਵਾਸਤੇ ਪੰਜਾਬ ਸਰਕਾਰ ਨੇ ਹੱਥ ਖੜੇ ਕਰਤੇ ਸੀ। ਮੈਂ ਮੁੱਦਾ ਚੱਕਦਾ ਰਿਹਾ ਬਾਰ-ਬਾਰ ਵਿਧਾਨ ਸਭਾ ਵਿੱਚ। ਫਿਰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦੇ ਅਧੀਨ ਅਸੀਂ ਉਹ ਨਾ ਬੀੜਾਂ ਦਾ ਕੰਮ ਕਰਾਇਆ, ਬਲਕਿ ਗਣੇਸ਼ਪੁਰ ਬੀੜ ਦਾ 5 ਕਰੋੜ ਆਇਆ ਹੋਇਆ, ਪੰਜਾਬ ਸਰਕਾਰ ਨੇ ਲਾਇਆ ਹੀ ਨਹੀਂ। ਫਿਰ ਉਹ ਸਕੀਮ ਬੰਦ ਹੋ ਗਈ। ਫਿਰ ਅਸੀਂ ਦੁਬਾਰਾ ਜਾ ਕੇ ਪੰਜਾਬ ਚੋਂ ਕੱਲੀ ਗਣੇਸ਼ਪੁਰ ਬੀੜ ਸੀ ਜਿਹਦੇ ਵਾਸਤੇ ਸਪੈਸ਼ਲ ਪੈਸਾ ਆਇਆ, ਉਹਦੀ ਉਹ ਪੈਸੇ ਆਉਣ ਦੀ ਵੀ ਮੇਰੇ ਕੋਲੇ ਹੈਗੀ ਆ। ਤੇ ਜਦੋਂ ਲੱਗਿਆ ਵੀ ਇਹਦਾ ਸਿਹਰਾ ਇੱਕ ਵਿਧਾਇਕ ਨੂੰ ਵੀ ਆਪੋਜੀਸ਼ਨ ਦੇ ਵਿਧਾਇਕ ਨੂੰ ਮਿਲੂਗਾ, ਪੰਜਾਬ ਸਰਕਾਰ ਨੇ ਉਹ ਫੇਰ ਪੈਸੇ ਵਾਪਸ ਮੰਗਾ ਲਏ, ਮਤਲਬ ਕੰਮ ਨਹੀਂ ਹੋਣ ਦਿੱਤਾ। ਤੇ ਤੀਸਰੀ ਚੀਜ਼, ਜਿਹੜੇ ਨੈਸ਼ਨਲ ਹਾਈਵੇ ਦਾ ਸਾਡਾ ਪ੍ਰੋਜੈਕਟ ਸੀਗਾ, ਇਹ ਵੀ ਖੈਰ ਪੰਜਾਬ ਸਰਕਾਰ ਨੇ ਸਿਰਫ ਇਸ ਗੱਲ ਕਰਕੇ ਵੀ ਇਹਦਾ ਸਿਹਰਾ ਮੈਨੂੰ ਮਿਲੂਗਾ, ਉਹ ਸਿਰੇ ਨਹੀਂ ਲੱਗਣ ਦਿੱਤਾ। ਆ ਜਿਹੜੇ ਰਜਵਾਹੇ ਪੱਕੇ ਹੋ ਰਹੇ ਨੇ, ਇਹ ਪ੍ਰੋਜੈਕਟ ਅਸੀਂ ਪਿਛਲੀ ਸਰਕਾਰ ਵਿੱਚ ਸ਼ੁਰੂ ਕਰਾਇਆ ਸੀ ਪਰ ਇਹ ਬੰਦ ਹੋ ਗਿਆ। ਬਾਰ-ਬਾਰ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਇਹਦੇ ਬਾਰੇ ਗੱਲ ਕਰਦਾ ਰਿਹਾ, ਬਾਰ-ਬਾਰ ਗੱਲ ਕਰਦਾ ਰਿਹਾ ਤੇ ਅਖੀਰ 'ਚ ਮੈਨੂੰ ਬਜਟ ਸੈਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਗਿਆ। ਅਸ਼ੋਰੈਂਸ ਮਤਲਬ ਹੁੰਦਾ ਵੀ ਸਰਕਾਰ ਜਿਹੜੀ ਅਸ਼ੋਰੈਂਸ ਹਾਊਸ 'ਚ ਦੇ ਦੇਵੇ ਉਹ ਕਾਨੂੰਨ ਬਣ ਜਾਂਦਾ ਹੁੰਦੀ ਆ, ਪਾਬੰਦ ਹੋ ਜਾਂਦੀ ਸਰਕਾਰ ਨੂੰ ਵੀ ਅਸੀਂ 2 ਸਾਲਾਂ ਦੇ ਵਿੱਚ ਸਾਰੇ ਰਜਵਾਹੇ ਪੱਕੇ ਕਰ ਦਾਂਗੇ। ਤੇ ਉਹ ਰਜਵਾਹੇ ਪੱਕੇ ਹੋਣੇ ਸ਼ੁਰੂ ਹੋਏ। ਤੇ ਆ ਜਿਹੜੀ ਸਾਡੀ ਚੌਰੇ ਤੋਂ ਸੀਲ ਨੂੰ ਰੋਡ ਜਾਂਦੀ ਆ, ਇਹ ਰੋਡ ਨਵਾੜ ਦੇ ਵਿੱਚੋਂ ਪਾਸ ਕਰਾਈ। ਸ਼ੇਖੂਪੁਰੇ ਦਾ ਪਿੰਡ ਦਾ ਪੁਲ ਇੱਕ ਪੰਜਾਬ ਸਰਕਾਰ ਹੱਥ ਖੜੇ ਕਰ ਗਈ ਸੀ, ਨਵਾੜ ਦੇ ਵਿੱਚ ਭੇਜਣ 'ਚ ਵੀ ਆਨਾਕਾਨੀ ਤੇ ਨਲਾਇਕੀ ਕਰ ਰਹੇ ਸੀ। ਅਖੀਰ 'ਚ ਮੈਂ ਭਜਵਾ ਕੇ 28/2/2020 ਨੂੰ ਫਿਰ ਉਹ ਪੁਲ ਅਖੀਰਲੇ ਬਿਲਕੁਲ 3 ਦਿਨ ਪਹਿਲਾਂ ਅਸੀਂ ਸਪੈਸ਼ਲ ਉਹ ਪੁਲ ਜਿਹੜਾ ਹੈਗਾ ਨਵਾੜ ਤੋਂ ਇਸ ਸਾਲ ਦੇ ਵਿੱਚ ਕਰਵਾਇਆ, ਚੱਲ ਰਿਹਾ। ਇੱਕ ਤੁਹਾਨੂੰ ਮੈਂ ਬੜੀ ਗਗਨ ਜੀ, ਬੜੀ ਜਿਹੜੀ ਕਿਸੇ ਦੀ ਇੱਛਾ ਸ਼ਕਤੀ ਤੇ ਕਾਬਲੀਅਤ ਦੀ ਗੱਲ ਆ, ਸ਼ੌਂਕ ਹੋਵੇ ਤਾਂ ਬੜੇ ਬੜੇ ਕੰਮ ਹੋ ਜਾਂਦੇ ਆ। ਸਾਡੇ ਦੇਵੀਗੜ੍ਹ ਤੋਂ ਘੜਾਮ ਨੂੰ ਰੋਡ ਜਾਂਦੀ ਆ ਇੱਕ, ਉਹ ਰੋਡ ਚੌੜਾਈ ਦੀਆਂ ਸ਼ਰਤਾਂ ਪੂਰੀਆਂ ਨਹੀਂ ਸੀ ਕਰਦੀ। 5000 ਦਰਖਤ ਸੀ, ਉਹ ਕੱਟਣ ਦੀ ਪਰਮਿਸ਼ਨ ਨਹੀਂ ਸੀ ਮਿਲ ਰਹੀ। ਤੁਹਾਨੂੰ ਪਤਾ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਦੀਆਂ ਸੜਕਾਂ ਸੈਟੇਲਾਈਟ ਦੇ ਥਰੂ ਔਨ ਮੈਰਿਟ ਚੱਕਦੇ ਨੇ, ਉਹ ਚੱਕੀ ਜਾਂਦੀ ਸੀ ਪਰ ਰੱਦ ਹੋ ਜਾਂਦੀ ਕਿਉਂਕਿ ਉਹ ਕੰਡੀਸ਼ਨਸ ਪੂਰੀਆਂ ਨਹੀਂ ਸੀ ਕਰਦੀ ਚੌੜਾਈ ਦੀਆਂ। ਇੱਕ ਸੈਂਟਰਲ ਰੂਰਲ ਰੋਡ ਡਿਵੈਲਪਮੈਂਟ ਅਥਾਰਟੀ ਆ ਦਿੱਲੀ ਦੇ ਵਿੱਚ, ਮੈਂ ਇੱਥੋਂ ਦੇ ਅਫਸਰ ਨੂੰ ਪੁੱਛਿਆ ਵੀ ਇਹ ਕਿਵੇਂ ਪਾਸ ਹੋ ਸਕਦੀ ਆ, ਕਹਿੰਦੇ ਜੀ ਕੋਈ ਫਾਇਦਾ ਨਹੀਂ ਮੱਥਾ ਮਾਰਨ ਦਾ, ਇਹ ਨਹੀਂ ਹੋਣੀ। ਫਿਰ ਅਸੀਂ CRRDA ਦੇ ਚੇਅਰਮੈਨ ਕੋਲੇ ਗਏ, ਘੰਟਾ ਉਹਦੇ ਕੋਲੇ ਰਹੇ, ਘੜਾਮ ਨਗਰ ਦਾ ਇਤਿਹਾਸਿਕ ਵੇਰਵਾ ਪਾਇਆ। ਉਹ ਹਿੰਦੁਸਤਾਨ ਦੀ ਪਹਿਲੀ ਸੜਕ ਹੋਊਗੀ ਜਿਹੜੀ ਸ਼ਰਤਾਂ ਨਾ ਪੂਰੀਆਂ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਦੇ ਅਧੀਨ ਬਣ ਰਹੀ ਆ। ਤੇ ਫਿਰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਵਿੱਚ ਇਹ ਹਲਕਾ ਹੀ ਆ, ਇੱਕ ਐਸਾ ਹਲਕਾ ਜਿੱਥੇ 17 ਛੱਪੜ ਇੱਕ ਪ੍ਰੋਜੈਕਟ ਆ, ਉਹ 3 ਵੈਲ ਟੈਕਨੋਲੋਜੀ ਆ, ਥਾਪਰ ਟੈਕਨੀਕ ਆ, ਉਹਦੇ ਜਿਵੇਂ ਸਿੱਚੇਵਾਲ ਮਾਡਲ ਆ ਉਸੇ ਤਰਜ਼ ਤੇ ਗਵਰਨਮੈਂਟ ਆਫ ਇੰਡੀਆ ਦੀ ਆ। ਉਹ ਅਸੀਂ ਲੈ ਕੇ ਆਏ, ਉਹ ਵੀ 7-8 ਪਿੰਡਾਂ ਦੇ ਵਿੱਚ ਚੱਲੀ। 17 ਪਿੰਡਾਂ ਦੇ ਪੈਸੇ ਇਦਾਂ ਹੀ 17 ਪਿੰਡ 7-8 ਪਿੰਡਾਂ 'ਚ ਲੱਗੀ, 9-10 ਪਿੰਡਾਂ ਦੇ ਪੈਸੇ ਇਦਾਂ ਹੀ ਵਾਪਸ ਚਲੇ ਗਏ ਕਿਉਂਕਿ ਪੰਜਾਬ ਸਰਕਾਰ ਨੇ ਉਹ ਤੇ ਕੰਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਬਾਰ-ਬਾਰ ਰੌਲਾ ਪਾਉਂਦਾ ਰਿਹਾ ਤੇ ਇਹ ਮੁੱਖ ਕੰਮ ਨੇ। ਇਹ ਤੋਂ ਬਿਨਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਪੰਜਾਬੀ ਮਾਂ ਬੋਲੀ ਦਾ ਮੁੱਦਾ, ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੇ ਮੇਰਾ ਜ਼ਿਕਰ ਆਪਣੀ ਸੰਪਾਦਕੀ 'ਚ ਕੀਤਾ। ਮੈਂ ਲੌਜੀਕਲੀ ਗੱਲ ਕੀਤੀ, ਇੱਕ ਭਾਸ਼ਣ ਵੀ ਪੰਜਾਬੀ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਆ, ਇਹਨੂੰ ਬਚਾਈਏ ਆਪਾਂ। ਇਹ ਤੋਂ ਬਿਨਾਂ ਪੰਜਾਬੀ ਮਾਂ ਬੋਲੀ ਤੇ ਮੁੱਦੇ ਤੇ ਮੈਂ ਤਰਕ ਨਾਲ ਗੱਲ ਕੀਤੀ ਵੀ ਆਪਾਂ ਪੋਚੇ ਫੇਰ ਕੇ ਪੰਜਾਬੀ ਮਾਂ ਬੋਲੀ ਨਹੀਂ ਲਾਗੂ ਕਰ ਸਕਦੇ, ਨਾ ਆਪਾਂ ਜਬਰੀ ਕਿਸੇ ਨੂੰ। ਹੁਣ ਜੁਰਮਾਨੇ ਲਾਉਂਦੇ ਨੇ, ਕਹਿੰਦੇ IAS ਅਫਸਰ ਨੂੰ ਜੁਰਮਾਨਾ ਲੱਗੂਗਾ ਜਿਹੜਾ ਪੰਜਾਬੀ 'ਚ ਨਹੀਂ ਕੰਮ ਕਰੂਗਾ। 5000 ਦੀ ਥਾਂ ਤੇ ਹੁਣ ਵਧਾਤੇ ਆ। ਜਿਨ੍ਹਾਂ ਨੇ ਜੁਰਮਾਨੇ ਲਾਣੇ ਆ ਉਹਨਾਂ ਦੀ ACR ਤਾਂ ਉਸ IAS ਅਫਸਰ ਨੇ ਲਿਖਣੀ ਹੁੰਦੀ ਆ,
ਉਹ ਹਿੰਮਤ ਕਰ ਲੈਣਗੇ ਉਹਨੂੰ ਜੁਰਮਾਨਾ ਲਾਉਣ ਦੀ। ਸੋ ਐਵੇਂ ਕਾਗਜ਼ਾਂ 'ਚ ਹੀ ਸੇਵਾ ਕਰੀ ਜਾਂਦੇ ਸੀ ਪੰਜਾਬੀ ਦੀ। ਮੈਂ ਕਿਹਾ ਤੁਸੀਂ ਸਾਊਥ ਦੀ ਸਟੇਟਸ ਵੱਲ ਦੇਖੋ, ਸਾਡੇ ਤੋਂ ਅੱਗੇ ਜਾ ਰਹੀਆਂ, ਉਹ ਆਪਣੀ ਸਾਰੇ ਆਪਣੇ ਰੀਜਨਲ ਲੈਂਗੁਏਜਸ ਦੇ ਵਿੱਚ, ਆਪਣੀ ਮਦਰ ਟੰਗ ਦੇ ਵਿੱਚ ਸਾਰਾ ਕੰਮਕਾਰ ਗੱਲਬਾਤ ਸਾਰਾ ਉਹਨਾਂ ਦਾ ਰੂਟੀਨ ਆ ਜਿਹੜਾ ਉਹਦੇ ਵਿੱਚ ਚੱਲਦਾ। ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਅੱਜ ਦੇ ਜਿਹੜੀ ਨੌਜਵਾਨ ਦੀ ਲੋੜ ਆ, ਉਹ ਲੋੜ ਨੂੰ ਪੂਰਾ ਕਰੀਏ। ਅੱਜ ਦਾ ਨੌਜਵਾਨ ਪੜ੍ਹਦਾ ਕੀ ਆ? ਕੰਪਿਊਟਰ ਪੜ੍ਹਦਾ, ਮੈਥ ਪੜ੍ਹਦਾ, ਸਾਇੰਸ ਪੜ੍ਹਦਾ, ਐਗਰੀਕਲਚਰ ਵਰਗਾ ਸਬਜੈਕਟ ਵੀ ਸਾਨੂੰ ਇੰਗਲਿਸ਼ ਵਿੱਚ ਪੜ੍ਹਾ ਰਹੇ ਹੋ। ਪੜ੍ਹਾਓ ਪੰਜਾਬੀ 'ਚ, ਘੱਟੋ ਘੱਟ ਪੰਜਾਬੀ ਯੂਨੀਵਰਸਿਟੀ ਵਿੱਚ ਤਾਂ ਪਹਿਲ ਕਰੋ। PhDs ਅਦਰ ਦੈਨ ਲੈਂਗੁਏਜਸ ਜਿਹੜੀਆਂ ਹੈਗੀਆਂ ਨੇ ਉਹ ਕਰਾਓ ਪੰਜਾਬੀ 'ਚ। ਸੋ ਇਸ ਮੁੱਦੇ ਤੇ ਮੈਂ ਵਿਧਾਨ ਸਭਾ ਦੇ ਵਿੱਚ ਬੜੇ ਤਰਕ ਨਾਲ ਗੱਲ ਕੀਤੀ ਤੇ ਕੁਝ ਦਿਨਾਂ ਬਾਅਦ ਉਸ ਸਮੇਂ ਤਕਨੀਕੀ ਸਿੱਖਿਆ ਮੰਤਰੀ ਸੀ ਚੰਨੀ ਸਾਹਿਬ, ਉਹਨਾਂ ਨੇ ਗੌਰ ਵੀ ਕੀਤਾ, ਨੋਟ ਵੀ ਕੀਤੀ ਤੇ ਅੱਗੋਂ ਐਲਾਨ ਵੀ ਕੀਤਾ। ਕਿਤੇ ਤਾਂ ਉਹਨਾਂ ਨੇ ਐਲਾਨ ਹੀ ਆ ਵੀ ਅੱਜ ਤੋਂ ਬਾਅਦ ਤਕਨੀਕੀ ਸਿੱਖਿਆ ਵੀ ਪੰਜਾਬੀ ਦੇ ਵਿੱਚ ਪੜ੍ਹਾਈ ਜਾਇਆ ਕਰੂਗੀ। ਸੋ ਬਹੁਤ ਸਾਰੇ ਮੁੱਦੇ ਨੇ ਕਿਉਂਕਿ ਹੁੰਦੇ ਜਾ ਰਹੇ। ਪਾਣੀ ਦਾ ਮੁੱਦਾ ਵਿਧਾਨ ਸਭਾ ਦੇ ਮੰਚ ਦੇ ਉੱਤੇ ਵੀ ਆਪਾਂ ਬਹੁਤ ਸਾਰੀਆਂ ਗੱਲਾਂ, ਹੁਣ ਮੈਂ ਟਮਾਟਰਾਂ ਦੀ ਸਪੈਸ਼ਲ ਗਿਰਦਾਵਰੀ, ਹਾਰਟੀਕਲਚਰ ਕ੍ਰੌਪ ਦੀ ਅੱਜ ਤੱਕ ਕਦੇ ਸਪੈਸ਼ਲ ਗਿਰਦਾਵਰੀ ਨਹੀਂ ਹੋਈ। ਮੈਂ ਸਵੇਰੇ ਚਲਿਆ ਗਿਆ ਸੋਸ਼ਲ ਮੀਡੀਆ ਤੇ, ਉੱਥੇ ਲਾਈਵ ਹੋਇਆ ਜਾ ਕੇ, ਮੁੱਖ ਮੰਤਰੀ ਸਾਹਿਬ ਨੂੰ ਕਿਹਾ ਵੀ ਤੁਹਾਡੇ ਮਹਿਲ ਤੋਂ ਪੈਦਲ ਚੱਲ ਕੇ ਇੱਥੇ ਆ ਸਕਦੇ ਆ। ਤੇ ਵਿਧਾਨ ਸਭਾ ਦਾ ਸੈਸ਼ਨ ਚੱਲ ਪਿਆ, ਉੱਥੇ ਮੈਂ ਰੌਲਾ ਪਾਇਆ ਵੀ ਆਪਾਂ ਡਾਈਵਰਸੀਫਿਕੇਸ਼ਨ ਦੀਆਂ ਗੱਲਾਂ ਕਰਦੇ ਆ। ਹਿੰਦੁਸਤਾਨ ਭਰ ਦੇ ਵਿੱਚੋਂ ਸਭ ਤੋਂ ਵਧੀਆ ਡਾਈਵਰਸੀਫਿਕੇਸ਼ਨ ਦੀ ਉਦਾਹਰਨ ਸਨੌਰ ਦਾ ਹਲਕਾ ਕਰਦਾ। ਸਨੌਰ ਆਲੇ ਦੁਆਲੇ ਦਾ ਏਰੀਆ ਕਰਦਾ ਸਭ ਤੋਂ ਵਧੀਆ। ਟਮਾਟਰ, ਮਿਰਚਾਂ, ਗੋਭੀ, ਆਲੂ, ਇਹ ਸਭ ਤੋਂ ਵਧੀਆ ਕਰਦੇ ਨੇ। ਵੀ ਤੁਸੀਂ ਇਹਨਾਂ ਟਮਾਟਰਾਂ ਦੇ ਜੇ ਤੁਸੀਂ ਮੁਆਵਜ਼ਾ ਦੇ ਦੋਗੇ, ਬਲਾਈਟ ਪੈ ਗਈ ਸੀਗੀ, ਤਾਂ ਅੱਗੋਂ ਵੀ ਉਹ ਬੰਦਾ ਵੀ ਟਮਾਟਰ ਕਰੂ, ਉਹਨੂੰ ਦੇਖ ਕੇ ਦੂਸਰੇ ਬੰਦੇ ਵੀ ਕਰਨਗੇ ਵੀ ਚਲੋ ਸਰਕਾਰਾਂ ਬਾਂਹ ਫੜਦੀਆਂ। ਜੇ ਖਰਾਬੇ ਦਾ ਇੱਕ ਮੁੰਡਾ ਕਾਰਨ ਹੁੰਦਾ, ਇੱਕ ਰੇਟ ਦਾ ਵੱਡਾ ਕਾਰਨ ਹੁੰਦਾ। ਤੇ ਜੇ ਮੈਂ ਕਿਹਾ ਤੁਸੀਂ ਦੇਤੇ ਆ, ਹੋਰ ਵੀ ਉਤਸ਼ਾਹਤ ਹੋਣਗੇ। ਨਹੀਂ ਦਿੱਤਾ ਤਾਂ ਜਿਹੜਾ ਕਰ ਰਿਹਾ ਉਹ ਵੀ ਡਿਮੋਰਲਾਈਜ਼ ਹੋਊਗਾ। ਤੇ ਕੈਪਟਨ ਸਾਹਿਬ ਤਾਂ ਨਹੀਂ ਸੀ, ਪਰ ਉਹਨਾਂ ਨੇ ਚਿੱਠ ਭੇਜੀ ਜਦ ਉਸ ਸਮੇਂ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਕੈਪਟਨ ਸਾਹਿਬ ਵੱਲੋਂ ਐਲਾਨ ਕੀਤਾ ਵੀ ਅਸੀਂ ਟਮਾਟਰਾਂ ਦੀ ਸਪੈਸ਼ਲ ਗਿਰਦਾਵਰੀ ਦਾ ਐਲਾਨ ਕਰਦੇ ਹਾਂ। ਬਹੁਤ ਸਾਰੇ ਕੰਮ ਨੇ, ਗਿਣਤੀ ਕਰਨ ਲੱਗਾ ਹੁਣ, ਲਿਸਟ ਬਹੁਤ ਲੰਬੀ ਆ। ਅੱਛਾ, ਤੁਸੀਂ ਇਹ ਸਾਰੀਆਂ ਸੜਕਾਂ, ਪੁਲ, ਸਾਰਾ ਕੁਝ ਗਿਣਾਤਾ। ਜਿੱਥੇ ਅਸਲੀ ਜਿਹੜੀ ਮੁੱਦੇ ਦੀ ਗੱਲ ਹੁੰਦੀ ਆ ਹੈਲਥ ਤੇ ਐਜੂਕੇਸ਼ਨ ਦੀ, ਉਸ ਮਾਮਲੇ ਦੇ ਵਿੱਚ ਤੁਸੀਂ ਸਰਕਾਰ ਤੋਂ ਆਪਣੇ ਏਰੀਆ ਦੇ ਲਈ ਕਿੰਨੇ ਸਕੂਲ ਅਪਗ੍ਰੇਡ ਕਰਵਾਏ, ਕਿੰਨੇ ਸਕੂਲ ਮੰਗੇ, ਕਾਲਜਸ ਮੰਗੇ, ਕਿੰਨੇ ਹਸਪੀਟਲਸ ਦੀ ਮੰਗ ਕੀਤੀ ਤੁਸੀਂ? ਦੇਖੋ, ਸਕੂਲ ਤਾਂ ਅਪਗ੍ਰੇਡ ਕਰਵਾਏ ਸੀਗੇ। ਬੋਲੜ ਵਾਲਾ, ਫਤਿਹਪੁਰ ਰਾਜਪੂਤਾਂ ਵਾਲਾ, ਰਾਏਪੁਰ ਮੰਡਲ ਵਾਲਾ। 4 ਮਹੀਨੇ ਦੇ ਵਿੱਚ ਮੈਂ 3 ਸਕੂਲ ਅਪਗ੍ਰੇਡ ਕਰਾ ਗਿਆ ਸੀ ਉਦੋਂ। ਪਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਵੀ ਇਸ ਸਰਕਾਰ ਦੇ ਵਿੱਚ ਮੈਂ 2 ਚੀਜ਼ਾਂ ਸੀ, CM ਸਾਹਿਬ ਨੂੰ ਮਿਲ ਕੇ ਵੀ ਆਏ ਸੀ ਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਸਾਡਾ ਜਿਹੜਾ ਆ ਦੁੱਧਣ ਵਾਲਾ ਏਰੀਆ, ਵੀ ਇੱਕ ਕੁੜੀਆਂ ਦਾ ਸਰਕਾਰੀ ਕਾਲਜ ਸਾਨੂੰ ਦਿੱਤਾ ਜਾਵੇ। ਮੈਂ ਪੁੱਛਿਆ ਵੀ ਜੇ ਤੁਸੀਂ ਹਾਂ ਕਰਦੇ ਹੋ ਠੀਕ ਆ ਸਰਕਾਰ ਕੋਲੋਂ, ਨਹੀਂ ਅਸੀਂ SGPC ਵੱਲੋਂ ਕੋਸ਼ਿਸ਼ ਕਰਦੀ ਹੈ। ਸਰਕਾਰ ਨੇ ਮੈਨੂੰ ਹਾਊਸ ਵਿੱਚ ਹਾਂ ਕੀਤੀ ਵੀ ਅਸੀਂ ਬਣਾ ਕੇ ਦੇਵਾਂਗੇ, ਅਸੀਂ ਵਿਚਾਰ ਕਰਾਂਗੇ। ਹਾਂ ਨਾ ਦੇ ਵਿੱਚ ਚੱਲਦਾ ਰਿਹਾ, ਉਹ ਨਹੀਂ ਬਣ ਸਕਿਆ। ਤੇ ਉਸ ਤੋਂ ਬਾਅਦ ਮੈਂ ITI ਦੀ ਗੱਲ ਚੱਲੀ, ਚੰਨੀ ਸਾਹਿਬ ਸੀ, ਉਹਨਾਂ ਕੋਲੋਂ ਮੰਗ ਕੀਤੀ ਵੀ ਸਾਨੂੰ ITI ਦਿੱਤੀ ਜਾਵੇ ਇੱਕ, ਪਰ ਕਿਸੇ ਵੀ ਆਪੋਜੀਸ਼ਨ ਦੇ MLA ਨੂੰ ਉਹਨਾਂ ਨੇ ITI ਦਿੱਤੀ ਨਹੀਂ ਹੈਗੀ। ਤੀਜੀ ਚੀਜ਼ ਜਿਹੜੀ ਹੈਲਥ ਤੇ ਆ, ਮੈਂ ਦਲੀਲ ਨਾਲ ਗੱਲ ਕੀਤੀ। ਇਹ ਤਰਕ ਹੀ ਹੁੰਦੇ ਨੇ ਜਿਹੜੇ ਮੈਂ ਸਮਝਦਾ ਕੋਈ ਨਾ ਕੋਈ ਲੌਜਿਕ ਹੁੰਦਾ ਜਿਹੜਾ ਹੱਲ ਕਰਾ ਦਿੰਦਾ। ਜਿਵੇਂ ਗੁਰਦੁਆਰਾ ਸਾਹਿਬ ਦਾ ਲਾਂਘੇ ਵਾਲਾ, ਦੇਵੀਗੜ੍ਹ ਘੜਾਮ ਰੋਡ ਵਾਲਾ, ਇਹਦੇ ਉੱਤੇ ਮੈਂ ਗੱਲ ਕੀਤੀ ਸੀਗੀ ਵੀ ਦੇਖੋ ਜਿਹੜਾ ਨੈਸ਼ਨਲ ਹਾਈਵੇ ਆ, ਜ਼ੀਰਕਪੁਰ ਤੋਂ ਬਠਿੰਡੇ ਜਾਂਦੇ ਆ ਆਪਾਂ, ਕੋਈ ਘਟਨਾ ਹੋ ਜਵੇ ਤਾਂ ਜਾਂ PGI ਜਾਣਾ ਪੈਂਦਾ ਜਾਂ ਸੰਗਰੂਰ ਆ ਸਰਕਾਰੀ ਹਸਪਤਾਲ, ਜਾਂ ਫਿਰ ਪਟਿਆਲੇ ਸ਼ਹਿਰ ਦੀ ਭੀੜ 'ਚ ਤੁਸੀਂ ਐਂਟਰ ਹੋਗੇ ਰਜਿੰਦਰਾ, ਉੱਥੇ ਨਿਊਰੋ ਦਾ ਤਾਂ ਹੈ ਹੀ ਨਹੀਂ ਡਾਕਟਰ। ਤੇ ਮੈਂ ਕਿਹਾ ਜਿਹੜਾ ਕੌਲੀ ਆ ਸਾਡੀ ਆਪਣਾ ਪ੍ਰਾਇਮਰੀ ਹੈਲਥ ਸੈਂਟਰ, ਵੀ ਇਹਨੂੰ ਤੁਸੀਂ ਟਰੋਮਾ ਸੈਂਟਰ ਬਣਾਓ। ਘੱਟੋ ਘੱਟ ਮੇਨ ਰੋਡ ਦੇ GT ਰੋਡ ਇਹਦੇ ਤੇ ਨੈਸ਼ਨਲ ਹਾਈਵੇ ਦੇ ਉੱਤੇ ਆ ਉਹ, ਤੇ ਲੋਕਾਂ ਨੂੰ ਬੜੀ ਸਹੂਲਤ ਹੋਊਗੀ, ਜ਼ਰੂਰਤ ਆ। ਸੋ ਹਾਮੀ ਭਰੀ ਸਰਕਾਰ ਨੇ। ਦੂਜੀ ਮੈਂ ਆਪਣੇ ਹਲਕੇ ਲਈ ਮੰਗੀ ਸੀ ਵੀ ਜਿਹੜਾ ਸਾਡਾ ਪਟਿਆਲਾ ਭੇਵਾ ਰੋਡ ਆ, ਇਹ ਨੈਸ਼ਨਲ ਹਾਈਵੇ ਡਿਕਲੇਅਰ ਹੋਇਆ ਵਾ, ਇਹਦੇ ਤੇ ਉੱਤੇ ਦੁੱਧਨ ਸਾਦਾ ਹਸਪੀਟਲ ਆ, ਇਹਨੂੰ ਟਰੋਮਾ ਸੈਂਟਰ, ਤੇ ਬਲਵੇੜੇ ਵਾਲਾ ਪਟਿਆਲਾ ਚੀਕਾ ਰੋਡ ਆ ਜਿਹੜੇ, ਉਹਨੂੰ ਟਰੋਮਾ ਸੈਂਟਰ ਬਣਾਓ, ਤਾਂ ਕਿ ਘੱਟੋ ਘੱਟ ਜਿਹੜੇ ਐਕਸੀਡੈਂਟ ਹੁੰਦੇ ਆ ਜਾਂ ਕੋਈ ਦੁਰਘਟਨਾਵਾਂ ਹੁੰਦੀਆਂ ਉਹਨਾਂ ਨੂੰ ਇੱਕਦਮ ਕੋਈ ਸਾਂਭਣ ਵਾਲਾ ਹੋਵੇ ਉੱਥੇ, ਨਹੀਂ ਬਹੁਤ ਦੂਰ ਤੱਕ ਜਾਣਾ ਪੈਂਦਾ। ਸੋ 3 ਚੀਜ਼ਾਂ ਤਾਂ ਇਹ ਸੀਗੀਆਂ। ਮੈਂ ਤੁਸੀਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਵੀ ਗੱਲਬਾਤ ਹੁੰਦੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨਾਲ ਵੀ ਗੱਲਬਾਤ ਹੁੰਦੀ ਹੈ, ਤਾਂ ਇਹ ਕਹਿ ਦਿੰਦੇ ਨੇ ਸਾਰੇ ਵਿਧਾਇਕ ਜਿਹੜੇ ਵਿਰੋਧੀ ਨੇ, ਉਹ ਇਹ ਆਖ ਦਿੰਦੇ ਨੇ ਕਿ ਕਾਂਗਰਸ ਦੀ ਸਰਕਾਰ ਆ, ਵਿਰੋਧੀ ਵਿਧਾਇਕਾਂ ਨੂੰ ਕੁਝ ਕਰਨ ਦੀ ਜਾਂ ਮੰਗਣ ਤਾਂ ਕੁਝ ਉਹਨਾਂ ਨੂੰ ਕੋਈ ਪ੍ਰੋਜੈਕਟ ਜਾਂ ਪੈਸੇ ਨਹੀਂ ਦਿੰਦੀ। ਤਾਂ ਤੁਹਾਨੂੰ ਤੁਸੀਂ ਤੇ ਬੜੇ ਲੌਜੀਕ ਨਾਲ ਤੁਸੀਂ ਕਿਹਾ ਕਿ ਗੱਲਾਂ ਚੱਕਦੇ ਰਹੋ ਵਿਧਾਨ ਸਭਾ ਦੇ ਵਿੱਚ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਤੇ ਅੱਗੇ ਤੁਸੀਂ ਕੋਈ ਮੰਗ ਰੱਖਿਓ ਜਾਂ ਵਿਧਾਨ ਸਭਾ ਦੇ ਵਿੱਚ ਹੈ ਮਤਾ ਪਵੇ ਕਿ ਇੰਨਾ ਜਿਹੜਾ ਬਜਟ ਆ ਉਹ ਹਰ ਇੱਕ ਵਿਧਾਇਕ ਦੇ ਲਈ ਹੋਣਾ ਚਾਹੀਦਾ, ਚਾਹੇ ਉਹ ਵਿਰੋਧੀ ਆ। ਇਸ ਤਰ੍ਹਾਂ ਤਾਂ ਇਹ ਤਾਂ ਜ਼ਰੂਰੀ ਨਹੀਂ ਹੈ 117 ਵਿਧਾਇਕ ਜਿਹਦੇ ਬਣਨ ਉਸੇ ਦੀ ਸਰਕਾਰ ਬਣੇ। ਤਾਂ ਇਸਦਾ ਨਹੀਂ ਹੈ ਵਿਰੋਧੀ ਵਿਧਾਇਕਾਂ ਨੂੰ ਵੀ ਮਿਲੇ, ਨਹੀਂ ਤਾਂ ਫਿਰ ਬਹੁਤ ਸਾਰੇ ਹਲਕੇ ਨੇ ਜਿਹੜੇ ਹਮੇਸ਼ਾ ਪਛੜੇ ਹੀ ਰਹਿਣਗੇ।
ਦੇਖੋ ਬਿਲਕੁਲ ਠੀਕ ਆ ਜੀ। ਐਮਐਲਏ ਤਾਂ ਐਮਐਲਏ ਹੁੰਦਾ, ਚਾਹੇ ਉਹ ਵਿਰੋਧੀ ਧਿਰ ਦਾ ਹੋਵੇ ਚਾਹੇ ਸਰਕਾਰ ਦਾ ਹੋਵੇ। ਜਿੰਨੀ ਸਰਕਾਰ ਦੇ ਜ਼ਰੂਰਤ ਹੁੰਦੀ ਹੈ ਚੰਗੀ ਸਰਕਾਰ ਦੀ, ਉਨੀ ਚੰਗੇ ਵਿਰੋਧੀ ਧਿਰ ਦੀ ਵੀ ਜ਼ਰੂਰਤ ਹੁੰਦੀ ਆ ਕਿ ਉਹਨਾਂ ਨੇ ਸਰਕਾਰ ਨੂੰ ਜਗਾਉਣ ਦੀ ਭੂਮਿਕਾ ਕਰਨੀ ਹੁੰਦੀ ਆ। ਸੋ ਉਹ ਭੂਮਿਕਾ ਦੇ ਨਾਲ ਨਾਲ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਾਨੂੰ ਹੁਣ ਇਸ ਗੱਲ ਵੱਲ ਸੋਚਣਾ ਪਊਗਾ ਵੀ ਇੱਕ ਬਜਟ ਹਰ ਹਲਕੇ ਵਾਸਤੇ ਐਲੋਕੇਟ ਹੋਵੇ ਤੇ ਉਹ ਬਜਟ ਨੂੰ ਲਾਉਣ ਵਾਸਤੇ ਵਿਧਾਇਕ ਉਹਦੇ ਵਿੱਚ ਇੱਕ ਰੋਲ ਪਲੇ ਕਰੇ। ਹੁਣ ਤਾਂ ਜੇ ਸਰਕਾਰ ਹੁੰਦੀ ਆ ਤਾਂ ਵਿਧਾਇਕ ਦਾ ਰੋਲ ਹੁੰਦਾ, ਅਦਰਵਾਈਜ਼ ਤਾਂ ਆ ਜਿਹੜੇ ਤੁਹਾਨੂੰ ਕੰਮ ਆ ਜਿਹੜੇ ਮੈਂ ਗਿਣਾਏ ਇਹ ਕਿਤੇ ਨਾ ਕਿਤੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਸੀ ਜਾਂ ਆਪਾਂ ਰੌਲਾ ਰੱਪਾ ਪਾ ਕੇ ਕਰਵਾ ਕੇ। ਇਹਨਾਂ ਸਾਰੇ ਕੰਮਾਂ ਦਾ ਸਿਰਾ ਹੈਰੀਮਾਨ ਲਈ ਜਾਂਦੇ ਨੇ। ਨਹੀਂ, ਇਹਨਾਂ ਦਾ ਸਿਰਾ ਕਿਸੇ ਦਾ ਹੈਰੀਮਾਨ ਨੂੰ ਨਹੀਂ ਮਿਲਿਆ, ਖੈਰ ਨਾ ਲਾਂਘੇ ਵਾਲਾ ਮਿਲਿਆ, ਕਿਉਂਕਿ ਇਹ ਤਾਂ ਦਿਨ ਦਿਹਾੜੇ ਲੋਕਾਂ ਨੂੰ ਮੈਂ ਨਾਲ ਲੈ ਕੇ ਗਿਆ। ਹੁਣ ਬੀੜਾਂ ਵਾਲਾ ਜਿਹੜਾ ਮਸਲਾ ਸੀ, ਜਿਸ ਦਿਨ ਮੈਂ ਗਿਆ ਬੀੜਾਂ ਵਾਲੇ ਮਸਲੇ ਦੇ ਵਾਸਤੇ RKBY ਚ ਪੈਸੇ ਲੈਣ, ਉਸ ਦਿਨ ਮੇਰੇ ਨਾਲ ਕਾਂਗਰਸ ਦੇ ਬੰਦੇ ਵੀ ਸੀ ਤੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਸੀ, ਅਕਾਲੀ ਦਲ ਦੇ ਵੀ ਸੀ। ਡੈਪੂਟੇਸ਼ਨ ਲੈ ਕੇ ਮੈਂ ਗਿਆ ਸੀਗਾ ਤੇ ਆਪਾਂ ਕੋਸ਼ਿਸ਼ਾਂ ਕੀਤੀਆਂ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਨੂੰ ਬੂਰ ਵੀ ਪਿਆ। ਹੈਰਾਨ ਸੀ ਸਾਰੇ ਵੀ ਹੋ ਗਿਆ, ਹੋ ਹੀ ਨਹੀਂ ਸਕਦਾ ਸੀਗੇ ਕੰਮ। ਉਹ ਐਦਾਂ ਹੀ ਆਹ ਘੜਾਮ ਵਾਲੀ ਰੋਡ ਦਾ ਮੇਰੇ ਨਾਲ ਡੈਪੂਟੇਸ਼ਨ ਗਿਆ ਸੀਗਾ। ਕਾਫੀ ਨੇ ਜਿਹੜੇ ਕੰਮ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਹਰ ਇੱਕ ਐਮਐਲਏ ਦੇ ਲਈ ਬਜਟ ਵਾਲੀ, ਤਾਂ ਸਰਕਾਰ ਚਾਹੇ ਅਕਾਲੀ ਦਲ ਦੀ ਆਉਂਦੀ ਹੈ ਚਾਹੇ ਕਿਸੇ ਦੀ ਵੀ ਆਉਂਦੀ ਹੈ, ਤੇ ਤੁਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਮੁੱਦਾ ਰੱਖੋਗੇ, ਉਹ ਚੱਕੋਗੇ ਵਿਧਾਨ ਸਭਾ 'ਚ ਜਾ ਕੇ ਸਭ ਤੋਂ ਪਹਿਲਾਂ? ਬਿਲਕੁਲ ਜੀ, ਹੁਣ ਵੀ ਚੱਕਦੇ ਰਹੇ ਆ ਅਸੀਂ ਵੀ ਡਿਸਕ੍ਰਿਸ਼ਨਰੀ ਕੋਟਾ ਕੋਈ ਨਾ ਕੋਈ ਗ੍ਰਾਂਟ, ਜਿਵੇਂ ਐਮਪੀਜ਼ ਨੂੰ, ਇਸ ਤਰ੍ਹਾਂ ਹਰ ਇੱਕ ਐਮਪੀ ਨੂੰ ਤਾਂ ਮਿਲਦਾ ਹੀ ਆ ਨਾ, ਜਿਵੇਂ ਐਮਪੀਜ਼ ਨੂੰ ਹੁੰਦੀ ਆ ਉਵੇਂ ਐਮਐਲਏਜ਼ ਨੂੰ ਵੀ ਕੋਈ ਡਿਸਕ੍ਰਿਸ਼ਨਰੀ ਕੋਟਾ ਹੋਵੇ, ਕਿਉਂਕਿ ਲੋਕ ਆਸ ਕਰਦੇ ਆ ਵੀ ਸਾਡਾ ਐਮਐਲਏ ਆ। ਉਹ ਹੁਣ ਤਾਂ ਪਲੈਨਿੰਗ ਦੇ ਵਿੱਚ ਵੀ ਨਹੀਂ ਤੁਸੀਂ ਐਮਐਲਏ ਨੂੰ ਪਾਉਂਦੇ ਹੈਗੇ। ਜਿਹੜੇ ਕੋਈ ਡਿਵੈਲਪਮੈਂਟ ਦੀ ਪਲੈਨਿੰਗਸ ਹੁੰਦੀਆਂ ਤਾਂ ਹੀ ਅਨਪਲੈਨਡ ਕੰਮ ਹੋਈ ਜਾਂਦੇ ਨੇ। ਸੋ ਸਾਡੀ ਸਰਕਾਰ ਵੀ ਆਈ ਤਾਂ ਐਮਐਲਏ ਭਾਵੇਂ ਸਰਕਾਰੀ ਧਿਰ ਦਾ ਵੀ ਹੋਵੇ ਨਾ, ਤਾਂ ਵੀ ਜੇ ਉਹ ਆਫੀਸ਼ੀਅਲੀ ਉਸ ਤਰੀਕੇ ਦੇ ਨਾਲ ਪਲੈਨਿੰਗ ਦੇ ਵਿੱਚ ਹਿੱਸੇ ਦਾ ਹੁੰਦਾ ਹੀ ਨਹੀਂ ਹੈਗਾ, ਪਰ ਪਾਉਣੇ ਚਾਹੀਦੇ ਆ ਤੇ ਤਾਂ ਕਿ ਜਿਹੜੇ ਲੋਕ ਚੁਣਦੇ ਆ ਉਹਨੂੰ ਪਤਾ ਹੁੰਦਾ, ਗਰਾਊਂਡ ਤੇ ਹੁੰਦਾ, ਹਰ ਰੋਜ਼ ਫੀਲਡ ਦੇ ਵਿੱਚ ਜਾਣਾ ਹੁੰਦਾ ਵੀ ਕਿਹੜੇ ਕੰਮ ਦੀ ਜ਼ਿਆਦਾ ਅਹਿਮੀਅਤ ਹੈ, ਕਿਹੜੇ ਕੰਮ ਦੀ ਘੱਟ ਅਹਿਮੀਅਤ ਆ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਆਪਣੇ ਵੱਲੋਂ ਨਿੱਜੀ ਤੌਰ ਤੇ ਚਾਹੇ ਸਰਕਾਰ। ਅੱਛਾ, ਕਾਂਗਰਸ ਕਹਿੰਦੀ ਹੈ ਸਾਡੇ ਕੋਲੇ ਸਿੱਧੂ ਦਾ ਪੰਜਾਬ ਮਾਡਲ ਆ, ਆਮ ਆਦਮੀ ਪਾਰਟੀ ਕਹਿੰਦੀ ਸਾਡੇ ਕੋਲ ਦਿੱਲੀ ਮਾਡਲ ਆ, ਤੇ ਸ਼੍ਰੋਮਣੀ ਅਕਾਲੀ ਦਲ ਕੋਲੇ ਦਿਖਾਉਣ ਲਈ ਕੀ ਆ, ਕਿਹੜਾ ਮਾਡਲ ਆ? ਦੇਖੋ, ਪਹਿਲੀ ਗੱਲ ਤਾਂ ਸਿੱਧੂ ਸਾਹਿਬ ਦਾ ਜਿਹੜਾ ਪੰਜਾਬ ਮਾਡਲ ਆ ਉਹ ਤਾਂ ਹਜੇ ਚੰਨੀ ਸਾਹਿਬ ਨੇ ਵੀ ਨਹੀਂ ਐਕਸੈਪਟ ਕੀਤਾ, ਤੇ ਚੰਨੀ ਸਾਹਿਬ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਬਾਰੇ ਸਾਨੂੰ ਤਾਂ ਟਿੱਪਣੀ ਕਰਨ ਦੀ ਲੋੜ ਹੀ ਨਹੀਂ। ਸਿੱਧੂ ਸਾਹਿਬ ਵੀ ਕਹੀ ਜਾਂਦੇ ਆ ਵੀ ਸਰਕਾਰ ਚੰਨੀ ਨੇ ਕੁਝ ਵੀ ਨਹੀਂ ਕੀਤਾ ਹੈਗਾ। ਤੇ ਫਿਰ ਜਿਹੜਾ ਉਹਨਾਂ ਕੋਲੋਂ ਜਿਸ ਤਰੀਕੇ ਦੇ ਨਾਲ ਇਲੀਗਲ ਜਿਹੜਾ ਮਨੀ ਜਿਸ ਤਰੀਕੇ ਨਾਲ ਰਿਕਵਰੀ ਹੋਈ ਆ, ਤੇ ਉਹਨਾਂ ਨੇ ਕਨਫੈਸ਼ਨ ਕੀਤਾ ਕੱਲ ਵੀ ਹਾਂ ਉਹ ਪੈਸਾ ਮੇਰਾ ਸੀ, ਤੇ ਉਹਦੇ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਬੜੀਆਂ ਸੀਰੀਅਸ ਨੇ, ਤੇ ਅੱਜ ਉਹ CM ਫੇਸ ਆ। ਆਮ ਆਦਮੀ ਪਾਰਟੀ ਕੋਲੇ ਦਿੱਲੀ ਦਾ ਮਾਡਲ ਕਹਿੰਦੇ ਆ, ਉਹ ਦਿੱਲੀ ਦੇ ਮਾਡਲ 'ਚ 25,000 ਬੰਦਾ ਕਰੋਨਾ ਦੇ ਦਿਨਾਂ 'ਚ ਮਰਿਆ। ਜਰਨੈਲ ਸਿੰਘ ਉਹਨਾਂ ਦਾ MLA ਮਰਿਆ। ਜਿਹੜੇ ਮਹੱਲਾ ਕਲੀਨਿਕ ਖੋਲੇ ਸੀ ਲਗਭਗ ਉਹ ਸਾਰੇ ਬੰਦ ਹੋ ਚੁੱਕੇ ਨੇ। ਨਹੀਂ, ਸਾਨੂੰ ਇਹੋ ਜਿਹਾ ਮਾਡਲ ਨਹੀਂ ਚਾਹੀਦਾ। ਬੇਸਿਕਲੀ ਪੰਜਾਬ ਨੂੰ ਅੱਜ ਜੇ ਪਹਿਲੀ ਗੱਲ ਤਾਂ ਪੰਜਾਬ ਨੂੰ ਆਪਣਾ ਮਾਡਲ, ਹਰ ਇੱਕ ਦਾ ਆਪਣਾ ਆਪਣਾ ਮਾਡਲ ਹੁੰਦਾ ਆਪਣੀ ਸਟੇਟ ਦਾ। ਜਿਵੇਂ ਹੁਣ ਅਸੀਂ ਆਪਣੀ ਸਰਕਾਰ 'ਚ ਆਧੁਨਿਕ ਪੰਜਾਬ ਦੀ ਨੀਂਹ ਰੱਖੀ ਸੀ, ਕੇਰਲਾ ਨੇ ਸਾਡੇ ਮਾਡਲ ਨੂੰ ਡਿਸਕਸ ਕੀਤਾ ਤੇ ਉਹਦੇ ਤੇ ਵਰਕ ਕੀਤਾ, ਜਿਹੜੇ ਸੇਵਾ ਕੇਂਦਰਾਂ ਦਾ ਮਾਡਲ ਸੀ। ਵੀ ਸਰਕਾਰਾਂ ਕੁਝ ਕਲਸਟਰਸ ਦੇ ਵਿੱਚ ਜਾ ਕੇ ਕੰਮ ਕਰਨ ਲੱਗੀਆਂ, ਬਟਨ ਦੱਬਣ ਦੇ ਉੱਤੇ ਤੁਹਾਡੇ ਕੰਮ ਹੋਣ ਲੱਗੇ, ਕਰਪਸ਼ਨ ਘਟ ਗਈ। ਸੋ ਉਹ ਸੇਵਾ ਕੇਂਦਰ ਇਹਨਾਂ ਨੇ ਬੰਦ ਕੀਤੇ। ਉਹ ਇੱਕ ਵਧੀਆ ਕਨਸੈਪਟ ਸੀ, ਬਲਕਿ ਸ਼ੁਰੂਆਤ ਹੋਈ ਸੀ, ਉਹ ਚੋਂ ਅੱਗੇ ਵਧਾਂਗੇ ਆਪਾਂ। ਇੰਸ਼ੋਰੈਂਸ ਸਕੀਮ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਹਿੰਦੁਸਤਾਨ ਦੇ ਵਿੱਚੋਂ ਕਿਸੇ ਸਰਕਾਰ ਨੇ ਜੇ ਆਪਣੇ ਲੋਕਾਂ ਲਈ ਇੰਸ਼ੋਰੈਂਸ ਸਕੀਮ ਸ਼ੁਰੂ ਕੀਤੀ ਸੀ ਤਾਂ ਪੰਜਾਬ ਪਹਿਲਾ ਸੀ। ਅਸੀਂ ਆਉਣ ਵਾਲੀ ਸਰਕਾਰ 'ਚ ਉਹਨੂੰ ਹੋਰ ਵਧਾਵਾਂਗੇ, 10 ਲੱਖ ਤੱਕ ਦੀ ਲਿਮਿਟ ਤੱਕ ਸਾਰਿਆਂ ਨੂੰ ਕਵਰ ਕਰਾਂਗੇ। ਹਰ ਪੰਜਾਬ ਦਾ ਨਾਗਰਿਕ ਤੇ ਹਰ ਹਸਪੀਟਲ ਉਹਦੇ ਪੈਨਲ ਤੇ ਹੋਊਗਾ, ਹਰ ਬਿਮਾਰੀ ਉਹਦੇ 'ਚ ਕਵਰ ਹੋਊਗੀ। ਸੋ ਪੰਜਾਬ ਨੂੰ ਜੇ ਕਿਸੇ ਬੇਸਿਕਲੀ ਫਿਰ ਵੀ ਤੁਸੀਂ ਜੇ ਕਿਸੇ ਹੋਰ ਸਟੇਟ ਦਾ ਲੈਣਾ, ਮੈਂ ਨਿੱਜੀ ਤੌਰ ਤੇ ਇਹ ਗੱਲ ਮੇਰੇ ਮਾਈਂਡ 'ਚ ਚੱਲ ਰਹੀ ਆ ਕਿ ਉਹ ਰਾਜਸਥਾਨ ਦਾ ਮਾਡਲ ਆ। ਰਾਜਸਥਾਨ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਕ੍ਰਾਈਸਿਸ ਆ ਉਹ ਪਾਣੀ ਦਾ ਆਉਣ ਵਾਲੇ ਦਿਨਾਂ 'ਚ ਖੜਾ ਹੋਣ ਵਾਲਾ। ਸਾਡਾ ਪਾਣੀ ਡੂੰਘਾ ਹੁੰਦਾ ਜਾ ਰਿਹਾ, ਖਤਮ ਹੁੰਦਾ ਜਾ ਰਿਹਾ। ਰਾਜਸਥਾਨ ਪਾਣੀ ਨੂੰ ਕਿਵੇਂ ਸਾਂਭ ਰਿਹਾ, ਰੇਗਿਸਤਾਨ ਦੇ ਵਿੱਚ ਕਿਵੇਂ ਖੇਤੀ ਕਰ ਰਿਹਾ, ਉਹ ਇੱਕ ਮਾਡਲ ਆ। ਕਿਉਂਕਿ ਉਹ ਕ੍ਰਾਈਸਿਸ ਦੇ ਵਿੱਚ ਜਿੱਥੇ ਵਾਟਰ ਦਾ ਕ੍ਰਾਈਸਿਸ ਆ ਤੇ ਉਹ ਪਾਣੀ ਨੂੰ ਕਿਵੇਂ ਵਰਤੋਂ 'ਚ ਲਿਆਉਂਦੇ ਆ, ਉਹ ਸਾਨੂੰ ਉਹ ਤੋਂ ਲੈਣਾ ਚਾਹੀਦਾ। ਉਹ ਆਪਣੇ ਰਿਜ਼ਰਵਰ ਬਣਾ ਕੇ 15-15 ਲੱਖ ਦੀ ਸਬਸਿਡੀਜ਼ ਉਹਦੇ ਤੇ ਦਿੰਦੇ ਆ ਤੇ ਆਫ ਸੀਜ਼ਨ ਦੇ ਪਾਣੀ ਨੂੰ ਕਿਵੇਂ ਸਾਂਭਦੇ ਆ। ਬਹੁਤ ਸਾਰਾ ਕੁਝ ਆ ਜਿਹੜਾ ਰਾਜਸਥਾਨ ਦੇ ਉਸ ਮਾਡਲ ਤੋਂ ਮੈਂ ਜਾ ਕੇ ਆਇਆ ਸੀ ਪਿੱਛੇ ਜੇ, ਸਾਰੀ ਕਮੇਟੀ ਵਿਧਾਨ ਸਭਾ ਦੀ ਗਈ ਸੀ। ਬਹੁਤ ਕੁਝ ਸਿੱਖਿਆ ਤੇ ਪ੍ਰਮਾਤਮਾ ਮਿਹਰ ਕਰੇ ਸਰਕਾਰ ਆਵੇ, ਉਹਦੇ ਤੋਂ ਅਸੀਂ ਕੁਛ ਨਾ ਕੁਛ ਜਿਹੜਾ ਹੈਗਾ ਕੱਢਾਂਗੇ, ਆਪਣੇ ਸਟੇਟ ਦਾ ਮਾਡਲ ਤਿਆਰ ਕਰਾਂਗੇ। ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਚੋਂ ਇੱਕ ਮੇਜਰ ਨਸ਼ਾ। 10 ਸਾਲ ਤੁਹਾਡੀ ਸਰਕਾਰ ਰਹੀ, ਉਦੋਂ ਵੀ ਰੌਲਾ ਪੈਂਦਾ ਰਿਹਾ। 5 ਸਾਲ ਕਾਂਗਰਸ ਦੀ ਸਰਕਾਰ ਰਹੀ, ਹੁਣ ਵੀ ਉਹੀ ਰੌਲਾ ਪੈ ਰਿਹਾ। ਤਾਂ ਮੈਂ ਪੁੱਛਾਂ, ਪਿਛਲੇ 5 ਸਾਲਾਂ 'ਚ ਤੁਹਾਡੇ ਹਲਕੇ 'ਚ ਸਨੌਰ 'ਚ ਨਸ਼ਾ ਜਿਹੜਾ ਜਿਹਨੂੰ ਸਿੰਥੈਟਿਕ ਡਰੱਗ ਜਿਹਨੇ ਕਹਿੰਦੇ ਪੰਜਾਬ ਤਬਾਹ ਕਰਤਾ, ਤਾਂ ਤੁਹਾਡੇ ਹਲਕੇ 'ਚ ਹੈ ਨਸ਼ਾ ਪਿਛਲੇ 5 ਸਾਲ 'ਚ? ਦੇਖੋ, ਕੁਝ ਪਿੰਡ ਐਸੇ ਨੇ ਜਿੱਥੇ ਬਹੁਤ ਜ਼ਿਆਦਾ,
ਤੇ ਉਹਨਾਂ ਬਾਰੇ ਮੈਂ ਮਾਨਯੋਗ ਐਸਐਸਪੀ ਪਟਿਆਲਾ ਜਿੰਨੇ ਵੀ ਆਏ ਸਾਰਿਆਂ ਨੂੰ ਮਿਲ ਕੇ ਆਉਂਦਾ ਰਿਹਾ ਤੇ ਕਾਰਵਾਈ ਕਰਦੇ ਸੀ, ਰੇਡ ਰੂਡ ਵੱਜਦੀ ਸੀ, ਬਲਕਿ ਉਸ ਤੋਂ ਬਾਅਦ ਫਿਰ ਬੰਦ ਹੋ ਜਾਂਦਾ ਸੀ। ਜਿਹੜੇ ਕੰਪਲੇਂਟ ਕਰਦੇ ਸੀ ਲੋਕ, ਉਹ ਵੇਚਣ ਵਾਲੇ ਲੋਕ ਫਿਰ ਬਾਅਦ ਚ ਉਹਨਾਂ ਦੇ ਗਲ ਪੈਂਦੇ ਸੀ, ਬਲਕਿ ਲੋਕ ਸਹਿਮ ਜਾਂਦੇ ਸੀ, ਡਰ ਜਾਂਦੇ ਸੀ ਤੇ ਫਿਰ ਬਾਅਦ ਚ ਉਹਨਾਂ ਨੂੰ ਪੁੱਛੀਦਾ ਸੀ ਯਾਰ ਹੁਣ ਕਿਵੇਂ ਆ, ਫਿਰ ਉਹ ਡਰਦੇ ਮਾਰੇ ਦੱਸਣੋਂ ਹੀ ਹਟ ਗਏ ਵੀ ਕੁਝ ਹੁੰਦਾ ਤਾਂ ਹੈ ਨਹੀਂ। ਸੋ ਹੈਗੀ ਆ, ਪਰ ਮੈਂ ਆਪਾਂ ਪੂਰਾ ਮਨ ਦੇ ਵਿੱਚ ਆ, ਬੰਦੇ ਵੀ ਟਾਰਗੇਟ ਤੇ ਉੱਤੇ ਨੇ ਤੇ ਵੀ ਜਦੋਂ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਹੀ ਕਵਰ ਕਰਨਾ। ਬਾਕੀ ਨਾ 10 ਸਾਲ ਤੁਹਾਡੀ ਸਰਕਾਰ ਸੀ, ਕਿਉਂਕਿ ਕਾਂਗਰਸ ਤਾਂ ਕਹਿ ਕੇ ਟਾਰਗੇਟ ਗਏ ਅਸੀਂ ਤਾਂ ਫੜੇ ਬਹੁਤ, ਹੁਣ ਥੋੜਾ ਬਹੁਤਾ ਨਸ਼ਾ ਰਹਿ ਗਿਆ, ਪਰ ਨਸ਼ਾ ਜਿਹੜਾ ਸਿੰਥੈਟਿਕ ਡਰੱਗ ਆ ਚਿੱਟਾ ਪੰਜਾਬ 'ਚ ਅਕਾਲੀ ਲੈ ਕੇ ਉਹਨਾਂ ਨੇ ਕੋਈ ਤਰੀਕ ਦੇਖੀ ਆ ਜਾਂ ਵੀ ਅਕਾਲੀ ਲੈ ਕੇ ਆਏ। ਇਹ ਨਸ਼ੇ ਦੀ ਗੱਲਬਾਤ ਹੌਲੀ ਹੌਲੀ ਵੱਧਦੀ ਵਧੀਆ। ਦੇਖੋ ਠੀਕ ਆ, ਜਿਹੜੀਆਂ ਸਰਕਾਰਾਂ ਜਿਹੜੀਆਂ ਵੀ ਹੋਣ, ਕੁਦਰਤੀ ਤੌਰ ਤੇ ਉਹਨਾਂ ਨੂੰ ਜ਼ਿੰਮੇਵਾਰੀ ਕੋਈ ਵੀ, ਮੈਂ ਤਾਂ ਕਹਿੰਦਾ ਇੱਕ ਪੂੜੀ ਵੀ ਵਿਕੇ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਆ। ਪਰ ਨਾ ਮੰਨਦੇ ਹੋ ਸਰਕਾਰਾਂ ਤਾਂ ਫੇਲ ਰਹੀਆਂ ਨੇ ਪਿਛਲੇ 15 ਸਾਲ 'ਚ ਦੋਨੇ ਹੀ ਸਰਕਾਰਾਂ। ਮੈਂ ਤੁਹਾਨੂੰ ਦੱਸਦਾ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਨਸ਼ੇ ਦੇ ਵਿੱਚ ਜਿਹੜੀਆਂ ਵੱਡੇ ਮਗਰਮੱਛ ਸੀ, ਜਗਦੀਸ਼ ਭੋਲਾ ਉਹਨੂੰ ਫੜਿਆ ਤੇ ਕਾਂਗਰਸ ਨੇ ਤਾਂ ਸਿਰਫ ਜਿਹੜੇ ਨਸ਼ਾ ਕਰਨ ਵਾਲੇ ਸੀਗੇ ਉਹਨਾਂ ਨੂੰ ਫੜ ਕੇ ਜਿਹੜੇ ਆਪਣੀ ਹਾਜ਼ਰੀ ਪਵਾਈ ਗਏ, ਜਿਹੜੇ ਵੇਚਣ ਵਾਲੇ ਸੀ। ਹੁਣ ਇਹਨਾਂ ਦੇ ਐਮਐਲਏ ਕਹਿ ਰਹੇ ਆ ਸੁਰਜੀਤ ਮਾਨ ਵੀ ਕਾਂਗਰਸ ਸਰਕਾਰ 'ਚ ਨਸ਼ਾ ਵਧਿਆ। ਸੋ ਅਕਾਲੀ ਦਲ ਨੇ ਤਾਂ ਐਫਰਟਸ ਕੀਤੀਆਂ, ਉਹ ਐਫਰਟਸ ਦੇ ਵਿੱਚੋਂ ਹੀ ਆ ਚਰਚਾ ਚੱਲ ਪਈ। ਜਦੋਂ ਬੰਦੇ ਫੜੇ ਜਾਣ ਲੱਗ ਪਏ ਉਹਦੇ 'ਚੋਂ ਜ਼ਿਆਦਾ ਚਰਚਾ ਚੱਲ ਪਈ ਵੀ ਰੌਲਾ ਪੈ ਗਿਆ ਵੀ ਨਸ਼ਾ। ਵੈਸੇ ਮੈਂ ਤੁਹਾਨੂੰ ਦੱਸਦਾ, ਦੇਖੋ ਪੋਜ਼ਿਟਿਵਲੀ ਵੀ ਗੱਲ ਕਰਨੀ ਚਾਹੀਦੀ ਆ। ਪੰਜਾਬ ਦਾ ਯੂਥ, ਬਹੁਤ ਸਾਰੇ ਨੌਜਵਾਨ ਨੇ ਜਿਹੜੇ ਲੰਗਰਾਂ 'ਚ ਸੇਵਾ ਕਰਦੇ ਨੇ, ਟੂਰਨਾਮੈਂਟਸ ਕਰਾਉਂਦੇ ਨੇ ਆਪਣੇ ਪਿੰਡਾਂ ਦੇ ਵਿੱਚ, ਦਸਤਾਰ ਮੁਕਾਬਲੇ ਕਰਾਉਂਦੇ ਨੇ, ਉਹਨਾਂ ਦੀ ਚਰਚਾ ਯਾਰ ਬਹੁਤ ਘੱਟ ਹੁੰਦੀ ਆ। ਨਸ਼ੇ ਕਰਨ ਵਾਲੇ ਲੋਕਾਂ ਦੀ ਚਰਚਾ ਬਹੁਤ ਵੱਧ ਹੁੰਦੀ ਆ। ਜੇ ਮੈਂ ਸਮਝਦਾ ਉਹ ਪੋਜ਼ਿਟਿਵ ਚਰਚਾ ਕਰੀਏ ਨਾ, ਤਾਂ ਜਿਹੜੇ ਨਸ਼ੇ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੇਧ ਮਿਲੂਗੀ। ਹਾਂ, ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ, ਮੈਂ ਕਹਾਂ ਵੀ ਇਹ ਗੱਲ ਨੂੰ ਤੁਸੀਂ ਇਸ ਪਾਸੇ ਨੂੰ ਲੈ ਜਿਓ ਵੀ ਮੈਂ ਸਰਕਾਰਾਂ ਦੀ ਜ਼ਿੰਮੇਵਾਰੀ ਤੇ ਭੱਜਦਾ, ਨਹੀਂ, ਸਰਕਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਜਿੱਥੇ ਵੀ ਆ ਨਹੀਂ ਰੋਕ ਸਕੇ, ਜਿੰਨਾ 100% ਰੋਕਣਾ ਚਾਹੀਦਾ, ਜਿੱਦਾਂ 100% ਰੁਕਿਆ ਉਦੋਂ ਹੀ ਆਪਣੀ। ਪਰ ਦੂਜੀ ਗੱਲ, ਨਸ਼ੇ ਦਾ ਮਤਲਬ ਸਿੰਥੈਟਿਕ ਨਸ਼ਾ ਹੀ ਨਹੀਂ, ਨਸ਼ੇ ਦਾ ਮਤਲਬ ਹਰ ਤਰ੍ਹਾਂ ਦਾ ਨਸ਼ਾ। ਜਦੋਂ ਸਾਡੇ ਪੋਲੀਟੀਕਲ ਲੀਡਰ ਹਰਿਆਣੇ ਚੋਂ ਲਿਆ ਕੇ ਨਜਾਇਜ਼ ਸ਼ਰਾਬ ਪੰਜਾਬ ਦੇ ਵਿੱਚ ਵਿਕਾਉਣਗੇ, ਇਲੀਗਲ ਡਿਸਟਿਲਰੀਜ਼ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ, ਜਾਲੀ ਸ਼ਰਾਬ ਦੀਆਂ ਫੈਕਟਰੀਆਂ ਐਮਐਲਏ ਮਦਨ ਲਾਲ ਜਲਾਲਪੁਰ ਵਰਗੇ ਲੋਕ ਚਲਾਉਣਗੇ, ਤਾਂ ਕੁਦਰਤੀ ਰੂਪ 'ਚ ਇੱਕ ਅਪਰਾਧਿਕ ਵਿਰਤੀ ਆ ਜਿਹੜੀ ਅੱਜ ਤੁਸੀਂ ਕਿਸੇ ਤੋਂ ਛੋਟਾ ਜਿਹਾ ਗਲਤ ਕੰਮ ਕਰਾਉਨੇ ਹੋ, ਕੱਲ ਨੂੰ ਉਹ 2 ਕੰਮ ਵੱਡੇ ਕਰੂਗਾ ਆਪ। ਸੋ ਇਸ ਲਈ ਅਪਰਾਧਿਕ ਵਿਰਤੀ ਪੈਦਾ ਹੋ ਜਾਂਦੀ ਹੈ ਮਾਨਸਿਕਤਾ ਦੇ ਵਿੱਚ। ਸੋ ਇਹ ਹੌਲੀ ਹੌਲੀ ਬੜਾਵਾ ਦੇ ਰਹੀ ਆ ਇਸ ਸਰਕਾਰ ਦੇ ਵਿੱਚ ਉਹ ਅਪਰਾਧਿਕ ਵਿਰਤੀ ਵੱਡੇ ਪੱਧਰ। ਤੁਸੀਂ ਹਰਿਆਣਾ ਗੱਲ ਕੀਤੀ ਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਹਰਿਆਣੇ ਚੋਂ ਲੈ ਕੇ ਸ਼ਰਾਬ ਨਜਾਇਜ਼ ਪੰਜਾਬ 'ਚ ਵੇਚਦੇ ਨੇ, ਤਾਂ ਕਿਹੜੇ ਲੀਡਰ ਨੇ ਉਹ? ਦੇਖੋ, ਇੱਕ ਤਾਂ ਇਲੀਗਲ ਜਿਹੜੀ ਆਹ ਚੱਲ ਰਹੀਆਂ ਸੀ ਡਿਸਟਿਲਰੀਜ਼ ਜਾਲੀ ਸ਼ਰਾਬ ਦੀਆਂ, ਇਹ ਤਾਂ ਮਦਨ ਲਾਲ ਜਲਾਲਪੁਰ ਤੇ ਹੋਰ ਵੇਚ ਰਹੇ ਸੀ। ਸਾਡੇ ਮੇਰੇ ਹਲਕੇ ਚੋਂ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਖੜਾ, ਸ਼੍ਰੋਮਣੀ ਅਕਾਲੀ ਦਲ ਦਾ ਵੀ ਹੈਗਾ ਉਹਨਾਂ 'ਚ। ਜੇ ਸ਼੍ਰੋਮਣੀ ਅਕਾਲੀ ਦਲ ਦਾ ਹੁੰਦਾ ਸਾਨੂੰ ਛੱਡ ਦਿਓ। ਜੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਜਾਂ ਕੋਈ ਵਿਧਾਇਕ ਇਸ ਪਾਸੇ ਹੁੰਦਾ, ਮੇਰਾ ਤਾਂ ਨਹੀਂ ਖਿਆਲ ਸੀ ਵੀ ਮਦਨ ਲਾਲ ਜਲਾਲਪੁਰ ਉਹਨੂੰ ਛੱਡਦਾ। ਪਰ ਹਾਂ, ਆਮ ਆਦਮੀ ਪਾਰਟੀ ਦਾ ਜਿਹੜਾ ਮੇਰੇ ਮੁਕਾਬਲੇ ਉਮੀਦਵਾਰ ਖੜਾ, ਐਕਸਾਈਜ਼ ਐਕਟ ਦੇ 2 ਪਰਚੇ ਦਰਜ ਨੇ ਉਹਦੇ ਤੇ, ਮਤਲਬ ਇਲੀਗਲ ਉੱਥੋਂ ਹਰਿਆਣੇ ਤੋਂ ਲਿਆ ਕੇ ਨਜਾਇਜ਼ ਸ਼ਰਾਬ ਪੰਜਾਬ ਵਿੱਚ ਵੇਚਣ ਦੇ। ਸੋ ਇਹ ਮੈਂ ਸਮਝਦਾ ਇਹੋ ਜਿਹੇ ਉਮੀਦਵਾਰ ਜਿਨ੍ਹਾਂ ਨੂੰ ਇਹਨਾਂ ਗੱਲਾਂ ਕਰਕੇ ਅਕਾਲੀ ਜਾਂ ਕਾਂਗਰਸ ਨੇ ਨਹੀਂ ਟਿਕਟ ਦਿੱਤੀ, ਉਹਨਾਂ ਨੇ ਟਿਕਟਾਂ ਦੇਤੀਆਂ। ਸੋ ਜਿਹੜਾ ਵੀ ਹੋਵੇ ABC, ਮੈਂ ਨਹੀਂ ਕਹਿੰਦਾ ਚਲੋ ਇੱਕ ਤਾਂ ਤੁਸੀਂ ਮੇਰੇ ਤੋਂ ਹੁਣ ਸਵਾਲ ਪੁੱਛਦੇ ਗਏ ਮੈਂ ਕੁਛ ਨਾਂ ਲੈਤੇ, ਪਰ ਨਹੀਂ, ਜਨਰਲੀ ਮੈਂ ਸਮਝਦਾ ਵੀ ਇਹ ਜਿਹੜਾ ਸਾਡਾ ਨਿਗਾਰ ਆ ਨਾ, ਵੀ ਐਦਾਂ ਦੇ ਕਰੈਕਟਰ ਸਾਡੀ ਪੋਲਿਟਿਕਸ ਵਿੱਚ ਕਿਸੇ ਵੀ ਪਾਰਟੀ ਵਿੱਚ ਹੋਣ, ਕਿਸੇ ਵੀ ਪਾਰਟੀ ਵਿੱਚ ਆਉਣ, ਉਹ ਸਾਡਾ ਨਿਗਾਰ ਆ। ਚਾਹੇ ਉਹ ਕਾਂਗਰਸ ਦਾ ਵੀ ਹੋਵੇ, ਚਾਹੇ ਉਹ ਆਮ ਆਦਮੀ ਦਾ ਵੀ ਹੋਵੇ, ਚਾਹੇ ਅਕਾਲੀ ਦਲ 'ਚ ਹੋਵੇ, ਕਿਸੇ ਪਾਰਟੀ ਵੱਲੋਂ ਵੀ ਆਉਣ, ਓਵਰਆਲ ਉਹਨੂੰ ਆਪਾਂ ਨਿਗਾਰ ਦੇ ਰੂਪ ਵਿੱਚ ਹੀ ਵੇਖਾਂਗੇ। ਇਹਦੇ ਤਾਂ ਮੈਂ ਤਾਂ ਸੋਚਦਾ ਗਗਨ ਜੀ ਵੀ 3 ਚੀਜ਼ਾਂ ਨੇ ਪੰਜਾਬ ਦੇ ਲੋਕਾਂ ਨੂੰ ਉੱਪਰੋਂ ਨਾ ਦੇਖਣ ਵੀ ਉਹ ਉੱਪਰੋਂ ਮੁੱਦੇ ਬਣ ਕੇ ਆਉਣਗੇ। ਪੰਜਾਬ ਦੇ ਲੋਕਾਂ ਨੂੰ ਆਪ ਮੁੱਦੇ ਬਣਾਉਣੇ ਪੈਣੇ ਆ। ਜਦੋਂ ਤੁਸੀਂ ਕੈਂਡੀਡੇਟ, ਮੈਂ ਹਰ ਪਾਰਟੀ ਲਈ ਕਹਿਣਾ, ਜਦੋਂ ਲੋਕ ਲਾਮਬੰਦ ਹੋਣਗੇ ਨਾ, ਲੋਕ 3 ਪੈਮਾਨੇ ਦੇਖਣਗੇ ਉਮੀਦਵਾਰ ਚੁਣਨ ਲਈ, ਐਮਐਲਏ ਚੁਣਨ ਲਈ। ਪਹਿਲਾਂ ਉਹਦੀ ਪੜ੍ਹਾਈ, ਕਾਨੂੰਨ ਬਣਾਉਣ ਲਈ ਭੇਜਣਾ, ਕਿੰਨਾ ਪੜ੍ਹਿਆ ਹੋਇਆ ਉਹ। ਦੂਜਾ ਉਹਦੀ ਕਾਬਲੀਅਤ, ਉਹ 'ਚ ਇੱਛਾ ਸ਼ਕਤੀ ਹੈਗੀ ਕੰਮ ਕਰਾਉਣ ਦੀ। ਜੇ ਕੰਮ ਕਰਾਉਣ ਦਾ ਸ਼ੌਂਕ ਹੀ ਨਾ ਹੋਵੇ ਬੰਦੇ ਨੂੰ, ਫਿਰ ਟੌਰਾਂ ਠੱਪੇ ਲਈ ਐਮਐਲਏ ਫਿਰ ਤਾਂ। ਤੀਜੀ ਚੀਜ਼ ਜਿਹੜਾ ਸਭ ਤੋਂ ਵੱਡੀ ਆ, ਉਹਦਾ ਕਿਰਦਾਰ। ਜਿੱਦਾਂ ਨੇ 3 ਚੀਜ਼ਾਂ ਦੇ ਉੱਤੇ ਹੁਣ ਸਾਡੇ, ਆਪਾਂ ਕਈ ਵਾਰੀ ਮਾਫ ਕਰਿਓ ਇਹ ਗੱਲਾਂ, ਮੇਰੇ ਤੋਂ ਕਈ ਵਾਰੀ ਮੈਂ ਬੜੀ ਸਾਫ਼ ਸੁਥਰੀ ਜੀ ਰਾਜਨੀਤੀ ਕੀਤੀ ਆ, ਗੱਲਾਂ ਵੀ ਸਾਫ਼ ਸੁਥਰੀਆਂ ਜੀ ਕਰੀ ਦੀਆਂ, ਕਿ ਹੁੰਦਾ ਕੀ ਆ, ਇੱਥੋਂ ਤੱਕ ਵੀ ਹੋ ਜਾਂਦਾ ਵੀ ਉਹ ਮੇਰੇ ਗੋਤ ਦਾ ਜੀ, ਮੈਂ ਤਾਂ ਉਹਨੂੰ ਵੋਟ ਪਾਉਣੀ ਆ। ਤੇ ਕਈ ਵੰਡੀਆਂ 'ਚ ਵੰਡੀਆਂ ਪਾ ਕੇ ਫਲਾਣਾ ਸਿੰਘ ਉੱਧਰ ਖੜਾ, ਮੈਂ ਇੱਧਰ ਖੜਨਾ। ਸਾਨੂੰ ਕਿਤੇ ਨਾ ਕਿਤੇ ਲਾਮਬੰਦ ਹੋਣਾ ਪਊ ਪੰਜਾਬੀਆਂ ਨੂੰ, ਇਹਨਾਂ ਚੱਕਰਾਂ 'ਚੋਂ ਨਿਕਲਣਾ ਪਊਗਾ।
ਜਿਸ ਦਿਨ ਅਸੀਂ ਪੜ੍ਹਾਈ, ਕਾਬਲੀਅਤ ਤੇ ਕਿਰਦਾਰ ਦੇ ਮੁੱਦੇ ਤੇ ਪੰਜਾਬ ਦੇ ਲੋਕ ਆਪਣੇ ਨੁਮਾਇੰਦੇ ਚੁਣਨ ਲੱਗੇ, ਇਹ ਆਪਾਂ ਨੂੰ ਚੁਣਨੇ ਪੈਣੇ ਆ, ਤੁਸੀਂ ਉੱਤੋਂ ਨਾ ਦੇਖੋ। ਮੈਂ ਤੁਹਾਨੂੰ ਸੱਚੀ ਕਹਿ ਰਿਹਾ ਵੀ ਪੋਲੀਟੀਕਲ ਪਾਰਟੀਆਂ ਨੇ ਤਾਂ ਉਹਨੂੰ ਟਿਕਟ ਦੇਣੀ ਆ ਜਿਹੜਾ ਜਿੱਤ ਸਕੂਗਾ, ਜੋ ਜ਼ਿਆਦਾਤਰ ਹੁੰਦਾ ਰਵਾਇਤੀ ਸਿਆਸਤ ਵਿੱਚ। ਜਿੱਦਣ ਇਹ ਤਿੰਨੇ ਮੁੱਦੇ ਦੇਖਣ ਲੱਗ ਪਏ ਪੰਜਾਬ ਦੇ ਲੋਕ, ਇਹਨਾਂ ਤਿੰਨਾਂ ਤੇ ਉਮੀਦਵਾਰ ਚੁਣਨ ਲੱਗ ਪਏ, ਉਸ ਦਿਨ ਸਿਆਸੀ ਪਾਰਟੀਆਂ ਵੀ ਇਹ ਸੋਚਣ ਲੱਗ ਜਾਣਗੀਆਂ ਵੀ ਯਾਰ ਲੋਕ ਤਾਂ ਇਹਨਾਂ ਤਿੰਨੇ ਪੈਮਾਨਿਆਂ ਤੇ ਉਮੀਦਵਾਰ ਚੁਣਦੇ ਨੇ, ਆਪਾਂ ਵੀ ਇਦਾਂ ਦੇ ਉਮੀਦਵਾਰ ਚੁਣਨ ਲੱਗ ਜਾਈਏ। ਫਿਰ ਚੰਗੇ ਚਿਹਰੇ ਆਉਣਗੇ, ਚੰਗੀ ਵਿਚਾਰ ਚਰਚਾ ਹੋਊਗੀ। ਹੁਣ ਜਿਨ੍ਹਾਂ ਦੇ ਜੇ ਚੰਗੇ ਕਿਰਦਾਰ ਆਉਣਗੇ, ਚੰਗੀ ਪਾਲਿਸੀਜ਼ ਬਣਨਗੀਆਂ, ਚੰਗੇ ਪੜ੍ਹੇ ਲਿਖੇ ਬੰਦੇ ਆਉਣਗੇ, ਆਪਣਾ ਚੰਗੇ ਕਾਨੂੰਨ ਬਣਾਉਣ 'ਚ ਆਪਣੀ ਚੰਗੀ ਰਾਏ ਦੇ ਸਕਣਗੇ। ਸੋ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਾਰਾ ਕੁਝ ਸਿਆਸੀ ਪਾਰਟੀਆਂ ਤੇ ਭੰਨ ਕੇ ਆਪਣੀ ਜ਼ਿੰਮੇਵਾਰੀ ਖਤਮ ਕਰਕੇ ਨਹੀਂ ਚੱਲਣਾ ਪੰਜਾਬ ਦੇ ਲੋਕ। ਅੱਛਾ, ਮੈਂ ਆਖਰੀ ਸਵਾਲ ਕਰਦਾ, ਇਸ ਵਾਰ ਤੁਹਾਡਾ ਮੁਕਾਬਲਾ ਸਨੌਰ ਤੋਂ ਕਿਹਦੇ ਨਾਲ ਆ? ਕਾਂਗਰਸ ਦੇ ਨਾਲ ਜਾਂ ਆਮ ਆਦਮੀ ਪਾਰਟੀ ਦੇ ਨਾਲ? ਦੇਖੋ, ਜੇ ਵਿਚਾਰਾਂ ਤੇ ਕਿਰਦਾਰਾਂ ਦਾ ਮੁਕਾਬਲਾ ਦੇਖੋਗੇ ਫਿਰ ਤਾਂ ਦੋਵਾਂ ਪਾਰਟੀਆਂ ਨਾਲ ਨਹੀਂ ਹੈਗਾ, ਮੈਂ ਸਮਝਦਾ। ਵੋਟਾਂ ਦੀ ਗੱਲ ਕਰੀਏ ਤੇ ਜੇ ਵੋਟਾਂ ਦੀ ਗੱਲ ਕਰੋਗੇ, ਮੈਂ ਸੋਚਿਆ ਨਹੀਂ, ਨਾ ਦੇਖਿਆ, ਨਾ ਅਧਿਐਨ ਕੀਤਾ। ਤੁਹਾਡੇ ਮੁਕਾਬਲੇ 'ਚ ਹੈ ਨਹੀਂ ਕੋਈ? ਨਹੀਂ, ਮੁਕਾਬਲੇ 'ਚ ਕੁਦਰਤੀ ਮੇਰੇ ਮੁਕਾਬਲੇ ਜਿਹੜਾ ਆਜ਼ਾਦ ਉਮੀਦਵਾਰ ਵੀ ਖੜਾ ਹੋਊਗਾ ਜੀ, ਉਹ ਵੀ ਮੁਕਾਬਲੇ 'ਚ, ਉਹਦੀ ਵੀ ਅਹਿਮੀਅਤ ਆ ਆਖਿਰਕਾਰ। ਕਰ ਕਿਹਦੇ ਨਾਲ ਆ ਜੇ ਮੈਂ ਪੁੱਛਾਂ? ਤਾਂ ਮੈਂ ਹਜੇ ਕੋਈ ਅਧਿਐਨ ਨਹੀਂ ਕੀਤਾ, ਸੱਚੀ ਤੁਹਾਨੂੰ ਦੱਸਦਾ। ਕਦੇ ਕਾਂਗਰਸ ਨਾਲ ਲੱਗਦੀ ਆ, ਕਦੇ ਆਮ ਆਦਮੀ ਨਾਲ ਲੱਗਦੀ ਆ, ਕਦੇ ਬਿਕਰਮਜੀਤ ਚਹਿਲ ਵੀ ਜਿਹੜਾ ਹੈਗਾ ਉਹ ਵੀ ਕਦੇ ਕਦੇ ਲੱਗਦਾ ਵੀ ਹਾਂ ਇਹ ਵੀ ਜਿੰਨਾ ਕਮਜ਼ੋਰ ਲੱਗਦਾ ਸੀ ਉਨਾ ਕਮਜ਼ੋਰ ਨਹੀਂ ਹੈਗਾ। ਪਰ ਮੈਂ ਅਧਿਐਨ ਨਹੀਂ ਕੀਤਾ। ਮੈਂ ਕਹਿੰਦੀ ਅੱਜ ਨਹੀਂ, ਮੈਂ ਉਸ ਤਰੀਕੇ ਦੀ ਰਾਜਨੀਤੀ, ਮੁਕਾਬਲਿਆਂ ਦੀ ਰਾਜਨੀਤੀ ਵੀ ਏਦਾਂ ਆਪਾਂ ਜਦੋਂ ਮੈਨੂੰ ਹਰ ਪਾਰਟੀ 'ਚੋਂ ਪਿਆਰ ਮਿਲਿਆ, ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਵੋਟਾਂ ਤਾਂ ਬਹੁਤ ਨੂੰ ਪਾਈਆਂ ਹੋਣਗੀਆਂ ਪਰ ਮੈਨੂੰ ਰੱਜ ਕੇ ਪਿਆਰ ਦਿੱਤਾ। ਤੇ ਚਾਹੇ ਉਹ ਕਿਸੇ ਪਾਰਟੀ ਦਾ ਵੀ ਹੋਵੇ, ਮੈਨੂੰ ਵੋਟ ਦਿੰਦਾ ਹੋਵੇ ਜਾਂ ਨਾ ਦਿੰਦਾ ਹੋਵੇ, ਪਿਆਰ ਮੈਨੂੰ ਹਰ ਇੱਕ ਨੇ ਦਿੱਤਾ। ਸੋ ਮੁਕਾਬਲਾ ਕਿਹਦੇ ਨਾਲ? ਆਪਾਂ ਆਪਣਾ ਪੋਜ਼ਿਟਿਵ ਏਜੰਡਾ ਰੱਖੀਦਾ, ਕੀ ਕੀਤਾ ਤੇ ਕੀ ਕਰਨਾ, ਇਸੇ ਚੱਕਰ 'ਚ ਲੱਗੇ ਰਹੀਦਾ। ਮੁਕਾਬਲਾ, ਅਧਿਐਨ, ਵੋਟਾਂ ਕੋਈ ਬਹੁਤਾ ਇਹਨਾਂ ਅੰਕੜਿਆਂ 'ਚ ਮੈਂ ਗਿਆ ਨਹੀਂ ਹੈਗਾ। ਸ਼ੁਕਰੀਆ, ਧੰਨਵਾਦ। ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਤੇ ਉਮੀਦਵਾਰ ਵੀ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਿਨ੍ਹਾਂ ਦਾ ਦਾਅਵਾ ਕਿ ਉਹ ਲੌਜੀਕਲੀ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਪੰਜਾਬ ਦੇ ਮੁੱਦੇ ਚੱਕਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਕੰਮ ਹੋਰ ਬਿਹਤਰ ਢੰਗ ਦੇ ਨਾਲ ਕਰਦੇ ਰਹਿਣਗੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।